ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਓ ਮੋਰੀ ਤੇਗ ਬਹਾਦਰ ਪਰਮਾ ਸ਼੍ਰੀ ਗੁਰੂ ਗੋਬਿੰਦ ਤਰਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਚੌਪਈ ਜਮਨਾ ਤੀਰ ਕਰਿਓ ਨਿਜ ਡੇਰਾ ਤੈਪੁਰ ਪਾਲਕ ਸੁਨ ਜਿਸ ਬੇਰਾ ਲੈ ਕਰ ਭੇਟ ਮਿਲਨ ਕੋ ਆਵਾ ਹਾਥ ਜੋੜ ਪਗ ਮਾਥ ਟਿਕਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗਾ ਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਕਾਲ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਤੁਰਕੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਦਿਨ ਉਹ ਚੱਲ ਰਹੇ ਨੇ ਜਿਸ ਦਿਨਾਂ ਵਿੱਚ ਸਮੇਂ ਦੀ ਦਿੱਲੀ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਔਰ ਉਸ ਹਮਲੇ ਦੇ ਦੌਰਾਨ ਅਨੇਕਾਂ ਸਿੰਘਾਂ ਨੂੰ, ਸਿੰਘਣੀਆਂ ਨੂੰ, ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਨਸਲਕੁਸ਼ੀ ਕਰਨ ਦਾ ਯਤਨ ਕੀਤਾ ਗਿਆ। ਬਹੁਤ ਸਾਰੇ ਸਿੰਘ ਜਿੱਥੇ ਸਿੰਘਣੀਆਂ, ਬੱਚੇ ਸ਼ਹੀਦ ਹੋਏ। ਅੱਜ ਦੇ ਦਿਨ ਮਹਾਨ ਕਮਾਂਡਰ ਜਰਨਲ ਸੁਬੇਗ ਸਿੰਘ ਜੀ ਨੇ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ। ਜਦੋਂ ਕੋਈ ਹਮਲਾਵਰ ਬਣ ਕੇ ਚੜ੍ਹ ਆਇਆ ਹੈ
ਤਾਂ ਫਿਰ ਉਹਦੇ ਨਾਲ ਲੜ ਕੇ ਮਰਨਾ ਸੂਰਮਿਆਂ ਦਾ ਧਰਮ ਹੁੰਦਾ, ਕਰਤੱਵ ਹੁੰਦਾ। ਜਰਨਲ ਸੁਬੇਗ ਸਿੰਘ ਜੀ ਵਰਗੇ ਗੁਰਮੁਖਾਂ ਦੀ ਪਵਿੱਤਰ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ। ਇੱਕ ਵਿਦਵਾਨ ਬੜਾ ਸੁੰਦਰ ਲਿਖਦਾ ਹੈ, ਕਹਿੰਦੇ ਜਦੋਂ ਤਕਰੀਬਨ 1990 ਦੇ ਨੇੜੇ ਦਾ ਸਮਾਂ ਸੀ, ਅਕਾਲ ਤਖਤ ਸਾਹਿਬ ਦੀ ਸੇਵਾ ਹੋ ਰਹੀ ਸੀ, ਤੇ ਜਰਨਲ ਸੁਬੇਗ ਸਿੰਘ ਦੀ ਮਾਤਾ ਇੱਕ ਛੋਟਾ ਜਿਹਾ ਤਸਲਾ ਸੀ, ਉਹਦੇ ਵਿੱਚ ਦੋ ਸੇਰ ਮਿੱਟੀ ਪਾਈ ਹੋਈ ਤੇ ਚੁੱਕ ਕੇ ਲਿਜਾ ਰਹੀ। 90 ਸਾਲ ਦੀ ਉਮਰ ਸੀ। ਇੱਕ ਪ੍ਰੈਸ ਰਿਪੋਰਟਰ ਨੇ ਪਛਾਣਿਆ ਕਿ ਤਾਂ ਜਰਨਲ ਸੁਬੇਗ ਸਿੰਘ ਦੀ ਮਾਤਾ ਹੈ। ਮਾਤਾ ਨੂੰ ਜਾ ਕੇ ਪੁੱਛਦਾ, ਮਾਤਾ ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਕਿੰਨਾ ਸੁੰਦਰ ਸੀ, ਦੁਸ਼ਮਣਾਂ ਨੇ ਹਮਲਾ ਕਰਕੇ ਇਹ ਕਿਹੋ ਜਿਹਾ ਬਣਾ ਦਿੱਤਾ ਹੈ। ਤਾਂ ਜਰਨਲ ਸੁਬੇਗ ਸਿੰਘ ਦੀ ਮਾਤਾ ਨੇ ਜਵਾਬ ਦਿੱਤਾ ਉਸ ਪ੍ਰੈਸ ਰਿਪੋਰਟਰ ਨੂੰ, ਕਹਿਣ ਲੱਗੀ ਅੱਜ ਵੀ ਸੁੰਦਰ ਹੈ, ਉਦੋਂ ਵੀ ਸੁੰਦਰ ਸੀ ਜਦੋਂ ਮੱਸਾ ਰੰਗੜ ਇੱਥੇ ਮੰਜਾ ਢਾ ਕੇ ਬਹਿੰਦਾ ਸੀ। ਨਾ ਮੱਸਾ ਰੰਗੜ ਕਿਤੇ ਲੱਭਦਾ ਤੇ ਨਾ ਅੱਜ ਦੇ ਸਮੇਂ ਦੇ ਵਿੱਚ ਇੱਥੇ ਹਮਲਾ ਕਰਨ ਵਾਲਾ ਲੱਭਦਾ। ਇਹਦੀ ਸੁੰਦਰਤਾ ਜੁਗਾਂ ਜੁਗਾਂ ਤਾਈਂ ਉਸੇ ਤਰ੍ਹਾਂ ਹੀ ਰਹੇਗੀ। ਇਹ ਤਾਂ ਅੱਜ ਵੀ ਸੁੰਦਰ ਹੈ, ਇਹਦੀ ਸੁੰਦਰਤਾ ਕਦੇ ਨਹੀਂ ਘਟੇਗੀ। ਇਹ ਸੀ ਚੜ੍ਹਦੀ ਕਲਾ ਵਾਲੀ ਮਾਂ ਦਾ ਪੁੱਤ ਜਰਨਲ ਸੁਬੇਗ ਸਿੰਘ। ਉਹਨਾਂ ਮਹਾਨ ਸ਼ਹੀਦਾਂ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ ਵਰਗੇ ਸ਼ਹੀਦਾਂ ਦੇ ਚਰਨਾਂ ਵਿੱਚ, ਹੋਰ ਅਨੇਕਾਂ ਸ਼ਹੀਦ ਜਿਹੜੇ ਅੱਜ ਦੇ ਇਹਨਾਂ ਦਿਨਾਂ ਦੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਗਏ, ਸਭ ਦੇ ਪਾਵਨ ਪਵਿੱਤਰ ਚਰਨਾਂ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ। ਲੜੀਵਾਰ ਕਥਾ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ। ਅਖੀਰਲੀ ਇਦਾਂ ਕਹਿ ਸਕਦੇ ਹਾਂ, ਐਨ ਜੋ ਹੈ ਉਹ ਚੱਲ ਰਿਹਾ ਹੈ, ਔਰ ਦੂਸਰੇ ਐਨ ਦੇ ਇਹ ਅਖੀਰਲੇ ਪ੍ਰਸੰਗ ਚੱਲ ਰਹੇ ਨੇ। 9 ਤਰੀਕ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਭੋਗ ਪਾਵਾਂਗੇ। ਮਾਤਾ ਜੀ ਦਾ ਪਾਲਕ ਪੁੱਤਰ ਅਜੀਤ ਸਿੰਘ, ਉਹ ਲੜ ਕੇ ਮੁਕਾਬਲਾ ਕਰਦਾ ਰਿਹਾ। ਤਕਰੀਬਨ 3 ਦਿਨ ਲੜਾਈ ਹੁੰਦੀ ਰਹੀ। ਤੀਜੇ ਦਿਨ ਰਾਤ ਨੂੰ ਹਨੇਰੇ ਵਿੱਚ ਨਿਕਲ ਕੇ ਆਪਣੇ ਚੇਲਿਆਂ ਦੇ ਕਲਾਲਾਂ ਦੇ ਘਰ ਜਾ ਕੇ ਤੂੜੀ ਵਾਲੇ ਕਮਰੇ 'ਚ ਜਾ ਲੁਕਿਆ। ਬਾਦਸ਼ਾਹ ਨੂੰ ਖਬਰ ਹੋਈ ਕਿ ਅਜੀਤ ਸਿੰਘ ਮਰਿਆ ਨਹੀਂ। ਡੋਂਡੀ ਪਟਵਾ ਕੇ ਸਾਰੇ ਨਗਰ ਵਿੱਚ ਜਿਸ ਦੇ ਘਰ ਵੀ ਹੈ ਉਹ ਆਪਣੇ ਆਪ ਦੱਸ ਦੇ, ਨਹੀਂ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਤਾਂ ਉਹਦਾ ਪਰਿਵਾਰ ਫਾਹੇ ਟੰਗ ਦਿਆਂਗਾ। ਤਾਂ ਜਿਹੜੇ ਕਲਾਲ ਦੇ ਘਰ ਅਜੀਤ ਸਿੰਘ ਜੀ ਲੁਕੇ ਬੈਠੇ ਸੀ, ਉਹਨੇ ਜਾ ਕੇ ਦੱਸਿਆ, ਸਿਪਾਹੀ ਨਾਲ ਲਿਆਂਦੇ ਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅਜੀਤ ਸਿੰਘ ਨੂੰ ਪਹਿਲਾਂ ਹਾਥੀ ਦੇ ਪੌੜਾਂ ਦੇ ਨਾਲ ਬੰਨ੍ਹ ਕੇ ਸਾਰੇ ਨਗਰ ਵਿੱਚ ਘਸੀਟ ਕੇ ਸ਼ਹੀਦ ਕਰ ਦਿੱਤਾ, ਮਾਰ ਦਿੱਤਾ। ਇਧਰ ਮਾਤਾ ਜੀ ਅਜੀਤ ਸਿੰਘ ਦੇ ਪੁੱਤਰ ਹਾਠੀ ਸਿੰਘ ਤੇ ਉਹਦੀ ਘਰਵਾਲੀ ਨੂੰ ਨਾਲ ਲੈ ਕੇ ਭਰਤਗੜ੍ਹ ਜਾ ਰਹੇ। ਭਰਤਗੜ੍ਹ ਦੇ ਰਾਜੇ ਨੂੰ ਪਤਾ ਲੱਗਾ ਕਿ ਮਾਤਾ ਇੱਥੇ ਆਈ ਹੋਈ ਹੈ, ਬਾਦਸ਼ਾਹ ਦੇ ਨਾਲ ਉਹਨਾਂ ਦੀ ਲੜਾਈ ਹੋਈ, ਉਹਨਾਂ ਦੇ ਪਾਲਕ ਪੁੱਤਰ ਦੀ ਲੜਾਈ ਹੋਈ ਹੈ। ਮੇਰਾ ਪਤਾ ਲੱਗਾ ਤਾਂ ਬਾਦਸ਼ਾਹ ਮੈਨੂੰ ਦੰਡ ਦੇਗਾ। ਤਕਰੀਬਨ 12 ਕੁ ਦਿਨ ਮਾਤਾ ਜੀ ਭਰਤਗੜ੍ਹ ਰਹੇ ਤੇ ਰਾਜੇ ਨੇ ਬੇਨਤੀ ਕੀਤੀ ਕਿ ਤੁਸੀਂ ਇੱਥੋਂ ਜਾਓ। तो माता जी इस परिवार नूं अपने नाल लैके मथुरा आए। मथुरा जमुना किनारे डेरा कीता ते मथुरा दा जिहड़ा नगर दा छोटा राजा सी, क्योंकि ये जयपुर दे राजे दे अधीन हो के राज करदा सी, उन्हें माता जी दा उतारा करवा के बेनती की, माता जी मैं जयपुर नरेश नूं बेनती लिख के भेजदा हाँ, वो जिवें हुक्म करेगा आप जी इत्थे ही ठहरो। जयपुर दे राजे ने 2 पिंड
ਮਾਤਾ ਜੀ ਨੂੰ ਜਗੀਰ ਵਜੋਂ ਭੇਟਾ ਕੀਤੇ ਕਿ ਮਾਤਾ ਜੀ ਦਾ ਖਰਚਾ ਚੱਲਦਾ ਰਹੇ। ਮਾਤਾ ਜੀ ਦੇ ਰਹਿਣ ਵਾਸਤੇ ਇੱਕ ਸੁੰਦਰ ਹਵੇਲੀ ਮਥੁਰਾ ਦੇ ਵਿੱਚ ਬਣਾਈ ਹੈ। ਉਹਦੇ ਵਿੱਚ ਮਾਤਾ ਜੀ ਨਿਵਾਸ ਕਰਕੇ ਮਥੁਰਾ ਵਿੱਚ ਕੁਝ ਸਮਾਂ ਮਾਤਾ ਜੀ ਨੇ ਬਤੀਤ ਕੀਤਾ। ਉਹ ਕਥਾ ਮਹਾਕਵੀ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਇਹ ਪਾਵਨ ਕਥਾ ਸਰਵਣ ਕਰੀਏ। ਸਤਿਕਾਰਯੋਗ ਜਗਤ ਮਾਤਾ ਮਾਤਾ ਸੁੰਦਰੀ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਆਏ ਸਾਹਿਬ ਜੀਓ। ਸਤਨਾਮ ਚੌਪਏ ਜਮਨਾ ਤੀਰ ਕਰਿਓ ਨਿਜ ਡੇਰਾ। ਮਾਤਾ ਜੀ ਚੱਲ ਕੇ ਆਏ ਜਦੋਂ ਭਰਤਗੜ੍ਹ ਤੋਂ ਮਥੁਰਾ ਵਿੱਚ ਆ ਕੇ ਜਮਨਾ ਦੇ ਕਿਨਾਰੇ ਮਾਤਾ ਜੀ ਨੇ ਡੇਰਾ ਕੀਤਾ। ਤੈ ਪੁਰ ਪਾਲਕ ਸੁਨ ਤਿਸ ਬੇਰਾ। ਜਿਹੜਾ ਮਥੁਰਾ ਦਾ ਨਗਰ ਦਾ ਪਾਲਕ ਸੀ, ਯਾਨੀ ਕਿ ਮਾਲਕ ਨਹੀਂ ਸੀ, ਪਾਲਕ ਸੀ। ਮਾਲਕ ਜੈਪੁਰ ਦਾ ਰਾਜਾ ਸੀ, ਇਹ ਉਹਦੇ ਅਧੀਨ ਇੱਥੇ ਨੌਕਰ ਸੀ, ਜਾਂ ਇਦਾਂ ਕਹਿ ਲਈਏ ਛੋਟਾ ਰਾਜਾ ਸੀ। ਉਹਦੇ ਅਧੀਨ ਹੋ ਕੇ ਇੱਥੇ ਰਾਜ ਕਰਦਾ ਸੀ, ਪ੍ਰਬੰਧ ਕਰਦਾ ਸੀ। ਜਦੋਂ ਮਥੁਰਾ ਦੇ ਨਗਰ ਦਾ ਜਿਹੜਾ ਪਾਲਕ ਸੀ ਉਹਨੂੰ ਪਤਾ ਲੱਗਾ ਕਿ ਮਾਤਾ ਜੀ ਚੱਲ ਕੇ ਆਏ ਹਨ, ਲੈ ਕਰ ਭੇਟ ਮਿਲਨ ਕੋ ਆਵਾ। ਉਹ ਜਥਾ ਸ਼ਕਤ ਭੇਟਾ ਲੈ ਕੇ ਮਾਤਾ ਜੀ ਨੂੰ ਮਿਲਣ ਵਾਸਤੇ, ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਹੱਥ ਜੋੜ ਕਰ ਪੱਗ ਮਾਥਾ ਟਿਕਾਵਾ। ਔਰ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਚਰਨਾਂ ਤੇ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਕਰੋ ਮਾਤ ਜੀ ਪੁਰ ਮੈਂ ਬਾਸਾ। ਕਹਿਣ ਲੱਗਾ ਮਾਤਾ ਜੀ ਆਪ ਜੀ ਇਸੇ ਨਗਰ ਦੇ ਵਿੱਚ ਹੁਣ ਆਪਣਾ ਨਿਵਾਸ ਕਰੋ, ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ। ਮੈਂ ਜਾਣਦਾ ਹਾਂ ਕਿ ਤੁਸੀਂ ਇਸ ਵੇਲੇ ਵੱਡੀ ਭਾਰੀ ਸਮੱਸਿਆ ਵਿੱਚ ਹੋ। ਮਾਤਾ ਜੀ ਤੁਸੀਂ ਹੁਣ ਇੱਥੇ ਹੀ ਮਥੁਰਾ ਦੇ ਵਿੱਚ ਹੀ ਨਿਵਾਸ ਕਰੋ। ਲੈ ਦੇਵੋ ਮੈਂ ਰੁਚਿਰ ਆਵਾਸਾ। ਮੈਂ ਤੁਹਾਨੂੰ ਜੈਪੁਰ ਦੇ ਰਾਜੇ ਕੋਲ ਲਿਖ ਕੇ ਭੇਜਾਂਗਾ ਔਰ ਤੁਹਾਨੂੰ ਇੱਕ ਰਹਿਣ ਵਾਸਤੇ ਇੱਥੇ ਸੁੰਦਰ ਹਵੇਲੀ ਜਿਹੜੀ ਆ ਉਹ ਲੈ ਦਿਆਂਗਾ। ਸੋਹਣਾ ਘਰ ਤੁਹਾਨੂੰ ਇੱਥੇ ਲੈ ਦਿਆਂਗਾ ਜਿੱਥੇ ਤੁਸੀਂ ਆਪਣਾ ਨਿਵਾਸ ਰੱਖੋ। ਜੋ ਪੁਰ ਕੋ ਰਾਜੇ ਤੁਮ ਦਾਸਾ। ਜਿਹੜੇ ਜੈਪੁਰ ਦੇ ਰਾਜੇ ਨੇ, ਜੋਧਪੁਰ ਜੈਪੁਰ ਦੇ ਰਾਜੇ, ਪਤਾ ਜੀ ਉਹ ਤੁਹਾਡੇ ਘਰ ਦੇ ਦਾਸ ਨੇ। ਕਲਗੀਧਰ ਜੀ ਨੇ ਉਹਨਾਂ ਰਾਜਿਆਂ ਤੇ ਆਪਣੀ ਕਿਰਪਾ ਕੀਤੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਉਹਨਾਂ ਤੇ ਤਰਸ ਰਿਹਾ ਤੇ ਕਲਗੀਧਰ ਜੀ ਜਦੋਂ ਨਾਂਦੇੜ ਗਏ ਨੇ ਤੇ ਉਦੋਂ ਉਹਨਾਂ ਰਾਜਿਆਂ ਤੇ ਬਖਸ਼ਿਸ਼ਾਂ ਕੀਤੀਆਂ। ਜੈਪੁਰ ਦੇ ਰਾਜੇ ਨੂੰ ਤਾਂ ਬਕਾਇਦਾ ਆਪਣਾ ਸ਼ਸਤਰ ਦਿੱਤਾ, ਬਖਸ਼ਿਆ ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਦਿੱਤੀ ਹੈ। ਮਾਤਾ ਜੀ ਉਹ ਜੈਪੁਰ ਦਾ ਜਿਹੜਾ ਰਾਜਾ ਜਾਂ ਜੋਧਪੁਰ ਦੇ ਜਿਹੜੇ ਰਾਜੇ ਨੇ ਉਹ ਤੁਹਾਡੇ ਦਰ ਘਰ ਦੇ ਦਾਸ ਨੇ, ਸੇਵਕ ਹਨ। ਅਠਵੋਂ ਖਬਰ ਛੇਵਰ ਤਿੰਨ ਪਾਸ। ਮੈਂ ਤੁਹਾਡੇ ਆਉਣ ਦੀ ਖਬਰ ਜਿੰਨਾ ਛੇਤੀ ਹੋ ਸਕੇਗਾ ਉਹ ਜੈਪੁਰ ਦੇ ਰਾਜੇ ਕੋਲ ਭੇਜਾਂਗਾ ਕਿ ਮੇਰੇ ਕੋਲ ਮਾਤਾ ਜੀ ਆਏ ਹੋਏ ਨੇ। ਸਕਲ ਪੰਥ ਕੋ ਦੇ ਗੁਜ਼ਾਰਾ। ਤੁਹਾਡੇ ਇੱਥੇ ਰਹਿਣ ਦਾ, ਤੁਹਾਡੇ ਰਹਿਣ ਤੋਂ ਬਾਅਦ ਇੱਥੋਂ ਤੁਹਾਡੇ ਖਰਚੇ ਦਾ ਜਿੰਨਾ ਵੀ ਪ੍ਰਬੰਧ ਹੈ ਉਹ ਜੈਪੁਰ ਦਾ ਰਾਜਾ ਕਰੇਗਾ। ਸਮਾਂ ਬਿਤਾਵੋ ਬੈਠੋ ਸੁਖਾਰਾ। ਮਾਤਾ ਜੀ ਤੁਸੀਂ ਇੱਥੇ ਵਸ ਕੇ, ਇੱਥੇ ਰਹਿ ਕੇ ਸੁਖਾਲੇ ਢੰਗ ਦੇ ਨਾਲ ਆਪਣਾ ਜੀਵਨ ਦਾ ਸਮਾਂ ਬਤੀਤ ਕਰੋ। ਇਮ ਕਹਿ ਲੈ ਕਰ ਅੰਤਰ ਗਏ। ਏਦਾਂ ਮਥੁਰਾ ਦਾ ਜਿਹੜਾ ਇਹ ਮੁਖੀਆ ਸੀ, ਮਾਤਾ ਜੀ ਨੂੰ ਬੜੀ ਬੇਨਤੀ ਸਤਿਕਾਰ ਕਰਦਿਆਂ ਹੋਇਆ ਇਹ ਨਗਰ ਦੇ ਅੰਦਰ ਲੈ ਕੇ ਗਿਆ। ਸ਼ੁਭ ਆਵਾਸ ਮੈਂ ਬਾਸਾ ਦਿਓ। ਸੋਹਣੇ ਘਰ ਦੇ ਵਿੱਚ ਮਾਤਾ ਜੀ ਦਾ ਨਿਵਾਸ ਕੀਤਾ, ਸੁੰਦਰ ਘਰ ਵਿੱਚ ਮਾਤਾ ਜੀ ਦਾ ਉਤਾਰਾ ਕਰਵਾਇਆ। ਬਾਂਚਿਤ ਸਗਲ ਵਸਤ ਪਹੁੰਚਾਏ। ਜੋ ਵਸਤੂਆਂ ਮਾਤਾ ਜੀ ਨੂੰ ਚਾਹੀਦੀਆਂ ਸਨ, ਕਿਉਂਕਿ ਮਾਤਾ ਜੀ ਸਭ ਕੁਝ ਨਹੀਂ ਸੀ ਲਿਆ ਸਕੇ ਪਿੱਛੋਂ, ਜੋ
ਅਸਥਾਨ ਦੇ ਉੱਤੇ ਮਾਤਾ ਜੀ ਨੂੰ ਚਾਹੀਦਾ ਸੀ, ਰਸਤਾਂ ਬਸਤਾਂ ਚਾਹੀਦੀਆਂ ਸਨ ਲੰਗਰ ਪ੍ਰਸ਼ਾਦੇ ਲਈ, ਜਾਂ ਹੋਰ ਕੋਈ ਵਸਤੂ ਚਾਹੀਦੀ ਸੀ, ਤਾਂ ਮਥੁਰਾ ਦੇ ਇਸ ਮੁਖੀਏ ਨੇ ਉਹ ਸਾਰੀਆਂ ਵਸਤੂਆਂ ਮਾਤਾ ਜੀ ਦੇ ਕੋਲ ਡੇਰੇ ਤੇ ਪਹੁੰਚਦੀਆਂ ਕੀਤੀਆਂ। ਬਹੁਤ ਪੰਥ ਤੇ ਸੇਵ ਕਮਾਈ, ਔਰ ਬਹੁ ਪ੍ਰਕਾਰ ਨਾਲ ਮਾਤਾ ਜੀ ਦੀ ਸੇਵਾ ਟਹਿਲ ਕੀਤੀ। ਜਗਤ ਮਾਤਾ ਜਾਣ ਕੇ ਮਾਤਾ ਜੀ ਦਾ ਸਤਿਕਾਰ ਕੀਤਾ। ਪੁਨ ਜੈਪੁਰ ਕੋ ਸੁਧ ਪਹੁੰਚਾਏ, ਫਿਰ ਉਧਰ ਜੈਪੁਰ ਦੇ ਰਾਜੇ ਨੂੰ ਖਬਰ ਭੇਜੀ ਮਾਤਾ ਜੀ ਦੇ ਆਉਣ ਦੀ, ਕਿਉਂਕਿ ਇਹ ਜੈਪੁਰ ਦੇ ਅਧੀਨ ਸੀ। ਇਹਦਾ ਫਰਜ਼ ਬਣਦਾ ਸੀ ਜੈਪੁਰ ਦੇ ਰਾਜੇ ਨੂੰ ਖਬਰ ਲਿਖ ਕੇ ਭੇਜਣੀ। ਵੱਡਾ ਮਸਲਾ ਸੀ ਕਿਉਂਕਿ ਬਾਦਸ਼ਾਹ ਵਿਰੋਧੀ ਸੀ ਹਿੰਦੁਸਤਾਨ ਦਾ। ਤੋ ਜੈਪੁਰ ਦੇ ਰਾਜੇ ਨੂੰ ਉਸੇ ਵਕਤ ਇਹਨੇ ਇੱਕ ਚਿੱਠੀ ਲਿਖ ਕੇ ਭੇਜੀ। ਮਾਤ ਤੁਹਾਰੇ ਪੁਰ ਮੈਂ ਆਏ, ਬੇਨਤੀ ਲਿਖ ਕੇ ਭੇਜੀ ਕਿ ਮਾਤਾ ਜੀ ਤੁਹਾਡੇ ਨਗਰ ਦੇ ਵਿੱਚ, ਤੁਹਾਡੀ ਰਿਆਸਤ ਦੇ ਵਿੱਚ ਚੱਲ ਕੇ ਆਏ ਹਨ। ਸੁਣ ਕਰ ਤਿਨੋ ਗ੍ਰਾਮ ਦੇ ਦੀਏ, ਜਦੋਂ ਜੈਪੁਰ ਦੇ ਰਾਜੇ ਨੇ ਸੁਣਿਆ, ਉਹਨੇ 2 ਪਿੰਡ ਮਾਤਾ ਜੀ ਨੂੰ ਜਗੀਰ ਵਜੋਂ ਲਿਖ ਕੇ ਦਿੱਤੇ। ਜੋ ਮਥੁਰਾ ਦੇ ਇਲਾਕੇ ਵਿੱਚ 2 ਪਿੰਡ ਸਨ, ਉਹ ਪਿੰਡ ਹੁਣ ਵੀ ਮੌਜੂਦ ਨੇ ਉੱਥੇ। ਉਹ 2 ਪਿੰਡ ਮਾਤਾ ਜੀ ਨੂੰ ਇਹਨੇ ਜਗੀਰ ਵਜੋਂ ਭੇਟਾ ਕੀਤੇ। ਲਿਖ ਕਰ ਪਟੇ ਪਠਾਵਨ ਕੀਏ, ਉਹਨਾਂ ਦੋਨਾਂ ਪਿੰਡਾਂ ਦੇ ਪਟੇ ਲਿਖ ਕੇ ਮਾਤਾ ਜੀ ਦੇ ਨਾਂ ਤੇ ਭੇਜੇ ਹਨ। ਅਪਰ ਤਗੀਦ ਕਰੀਬੋ ਪਾਂਤੇ, ਔਰ ਉਹਦੇ ਤੋਂ ਇਲਾਵਾ ਹੋਰ ਜਿਹੜਾ ਮਥੁਰਾ ਦਾ ਰਾਜਾ ਸੀ, ਉਹਨੂੰ ਸਾਰੀ ਤਾਕੀਦ ਕੀਤੀ ਕਿ ਤੂੰ ਮਾਤਾ ਜੀ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ ਹੈ। ਸੇਵਾ ਕਰੋ ਮਾਤ ਦਿਨ ਰਾਤੇ, ਜਗਤ ਮਾਤਾ ਹਨ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਹਨ। ਤੁਸੀਂ ਕਿਸੇ ਪ੍ਰਕਾਰ ਦੀ ਮਾਤਾ ਜੀ ਦੀ ਸੇਵਾ ਵਿੱਚ ਆਲਕ ਨਹੀਂ ਕਰਨੀ। ਰਾਤ ਦਿਨ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿਣਾ। ਜੋ ਮਾਤਾ ਜੀ ਮੁਖੋਂ ਹੁਕਮ ਕਰਨ, ਉਸੇ ਤਰ੍ਹਾਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ। ਸੁੰਦਰ ਘਰ ਦੀਜਾ ਬਣਵਾਏ, ਔਰ ਮਾਤਾ ਜੀ ਦੇ ਰਹਿਣ ਵਾਸਤੇ ਇੱਕ ਸੁੰਦਰ ਘਰ, ਸੋਹਣਾ ਮਕਾਨ ਉਹ ਮਾਤਾ ਜੀ ਦੀ ਰਹਿائش ਲਈ ਬਣਵਾ ਦਿਓ। ਵਾਂਛਿਤ ਵਸਤੂ ਸਰਵ ਪੁਚਾਏ, ਜੋ ਵਾਂਛਿਤ ਵਸਤੂ ਮਾਤਾ ਜੀ ਨੂੰ ਚਾਹੀਦੀ ਹੈ, ਉਹ ਸਾਰੀਆਂ ਵਸਤੂਆਂ ਮਾਤਾ ਜੀ ਦੇ ਕੋਲ ਪਹੁੰਚਦੀਆਂ ਕਰ ਦਿਓ। ਪੁਰ ਪਾਲਕ ਫਿਰ ਪਟਿਓ ਸੁਆਇਓ, ਜਿਹੜਾ ਨਗਰ ਦਾ ਰਾਜਾ ਸੀ, ਯਾਨੀ ਕਿ ਮਥੁਰਾ ਦਾ ਪਾਲਕ ਮੁਖੀਆ, ਜਦੋਂ ਜੈਪੁਰ ਦੇ ਰਾਜੇ ਦੀ ਚਿੱਠੀ ਪੜ੍ਹ ਕੇ ਉਹ ਮਾਤਾ ਜੀ ਦੇ ਕੋਲ ਚੱਲ ਕੇ ਆਇਆ। ਸਭ ਮਾਤਾ ਕੋ ਪਾਸ ਸੁਨਾਇਓ, ਔਰ ਜੋ ਜੈਪੁਰ ਦੇ ਰਾਜੇ ਨੇ ਲਿਖ ਭੇਜਿਆ ਸੀ, ਉਹ ਮਾਤਾ ਜੀ ਨੂੰ ਸੁਣਾਇਆ ਕਿ ਮਾਤਾ ਜੀ, ਜੈਪੁਰ ਦੇ ਰਾਜੇ ਨੇ ਆਪ ਜੀ ਪ੍ਰਤੀ ਬੰਦਨਾ ਪ੍ਰਗਟ ਕੀਤੀ ਹੈ। ਉਹਨੇ 2 ਨਗਰ ਆਪ ਜੀ ਦੇ ਚਰਨਾਂ 'ਚ ਭੇਟਾ ਕੀਤੇ ਹਨ। ਮਥੁਰਾ ਨਿਕਟ ਦੇ 2 ਗ੍ਰਾਮੋ, ਮਾਤਾ ਜੀ ਮਥੁਰਾ ਦੇ ਨੇੜੇ ਉਹਨੇ ਆਪ ਜੀ ਨੂੰ 2 ਨਗਰ ਭੇਟਾ ਕੀਤੇ ਹਨ। ਸਦਨ ਬਣਾਏ ਦੀਨ ਅਬਰਾਮੋ, ਔਰ ਉਹਨੇ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ। ਜਿੱਥੇ ਨਗਰਾਂ ਦੀ ਜਿਹੜੀ ਮਾਇਆ ਹੁੰਦੀ ਆ, ਮਾਮਲਾ ਵਗੈਰਾ, ਪੁਰਾਣੇ ਸਮਿਆਂ 'ਚ ਨਗਰਾਂ ਦਾ ਮਾਮਲਾ ਹੁੰਦਾ ਸੀ। ਅੱਜ ਕੱਲ ਜਿਵੇਂ ਆਪਾਂ ਟੈਕਸ ਕਹਿ ਦਿੰਨੇ ਆ, ਮਾਮਲਾ ਤਾਰਦੇ ਸਨ ਲੋਕ। ਉਹ ਮਾਮਲਾ ਜਿੰਨਾ ਆਇਆ ਮਾਤਾ ਜੀ ਦੇ ਚਰਨਾਂ 'ਚ ਭੇਟ ਕੀਤਾ। ਔਰ ਮਥੁਰਾ ਦੇ ਵਿੱਚ ਮਾਤਾ ਜੀ ਦੇ ਰਹਿਣ ਵਾਸਤੇ ਇੱਕ ਸੁੰਦਰ ਹਵੇਲੀ ਬਣਾਈ। ਅਬ ਲਗ ਮਾਤਾ ਮੈਂ ਸੋ ਹਵੇਲੀ, ਕਹਿੰਦੇ ਮਥੁਰਾ ਵਿੱਚ ਹਾਲੇ ਤੱਕ ਉਹ ਹਵੇਲੀ ਬਣੀ ਹੋਈ ਮਾਤਾ ਜੀ ਦੀ ਯਾਦ ਵਿੱਚ ਸੁੰਦਰ ਹਵੇਲੀ ਮੌਜੂਦ ਹੈ। ਦਸੈਂ ਤਾ ਕਰੀ ਸੋ ਇਕੇਲੇ, ਕਹਿੰਦੇ ਉਹ ਮਥੁਰਾ ਵਿੱਚ ਵੱਡੀ ਹਵੇਲੀ ਕੱਲੀ ਖੜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਵੀ ਖੜੀ ਹੈ। ਕਹਿੰਦੇ ਬਹੁਤ ਸਾਰੀ ਸੰਗਤ ਜਾ ਕੇ ਉਸ ਹਵੇਲੀ ਦੇ ਦਰਸ਼ਨ ਕਰਦੀ ਹੈ ਔਰ ਮਾਤਾ ਜੀ ਨੂੰ ਨਮਸਕਾਰਾਂ ਕਰਦੇ ਹਨ। ਮਾਤ ਸੁੰਦਰੀ ਬਾਸਾ ਕੀਓ, ਇਸ ਤਰ੍ਹਾਂ ਮਾਤਾ ਜੀ ਨੇ ਮਥੁਰਾ ਨਗਰ ਦੇ ਵਿੱਚ ਉਸ ਸੋਹਣੀ ਹਵੇਲੀ 'ਚ ਆਪਣਾ ਨਿਵਾਸ ਕੀਤਾ। ਸਗਲੋ ਤਰਾਸ ਨਿਵਾਰ ਬਿਤਾਇਓ, ਔਰ ਆਪਣੇ ਮਨ ਦਾ ਸਾਰਾ ਤਰਾਸ ਆਦਿਕ ਜਿਹੜਾ ਡਰ ਵਗੈਰਾ ਸੀ ਬਾਦਸ਼ਾਹ ਦਾ, ਉਹ ਡਰ ਤੇ ਉਹ ਤਰਾਸ ਮਾਤਾ ਜੀ ਨੇ ਨਿਰਵਾਰਿਆ। ਉਸ ਡਰ ਦੀ ਨਿਰਵਿਰਤੀ ਕੀਤੀ ਹੈ। ਅਤੀ ਸਿੰਘ ਕੋ ਨਿਤ ਪ੍ਰਤ ਪਾਲੇ, ਹੁਣ ਮਾਤਾ ਜੀ ਦੇ ਪਾਸ ਅਜੀਤ ਸਿੰਘ ਦਾ ਪੁੱਤਰ ਹੈ, ਉਹਦਾ ਨਾਂ ਹੈ ਹਠੀ ਸਿੰਘ।
ਹਾਠੀ ਸਿੰਘ ਦੀ ਪ੍ਰਤਪਾਲਣਾ ਮਾਤਾ ਜੀ ਕਰਨ ਲੱਗ ਪਏ, ਕਿਉਂਕਿ ਪਿਓ ਦਾ ਮਰ ਗਿਆ ਸੀ ਅਜੀਤ ਸਿੰਘ ਦਿੱਲੀ ਵਿਖੇ। ਅਜੀਤ ਸਿੰਘ ਦਾ ਇੱਕ ਯਾਦਗਾਰੀ ਅਸਥਾਨ, ਜਦੋਂ ਆਪ ਜੀ ਸ੍ਰੀ ਹਜੂਰ ਸਾਹਿਬ ਨੂੰ ਜਾਓ ਤਾਂ ਬੁਰਹਾਨਪੁਰ ਨਗਰ ਦੇ ਵਿੱਚ ਬਣਿਆ ਹੋਇਆ। ਬੁਰਹਾਨਪੁਰ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਕਈ ਦਿਨ ਟਿਕੇ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤ ਸਰੂਪ ਉੱਥੇ ਮੌਜੂਦ ਨੇ, ਜਿਨ੍ਹਾਂ ਦੇ ਦਰਸ਼ਨ ਕਰਦੇ। ਉੱਥੇ ਅਜੀਤ ਸਿੰਘ ਦਾ ਇਲਾਕਾ ਦੱਸਿਆ ਜਾਂਦਾ, ਉਹਦਾ ਇੱਕ ਸਥਾਨ ਉੱਥੇ ਬਣਿਆ ਹੋਇਆ। ਤੋ ਹਾਠੀ ਸਿੰਘ ਵਗੈਰਾ ਉਹਨਾਂ ਦੀ ਕੁਝ ਸੰਗਤ ਹੁਣ ਵੀ ਹੈ, ਜਿਹੜੇ ਉੱਥੇ ਆ ਕੇ ਮਹੀਨੇ ਬਾਅਦ ਜੋੜ ਮੇਲਾ ਵੀ ਕਰਦੇ ਆ। ਤੋ ਅਜੀਤ ਸਿੰਘ ਦਾ ਜਿਹੜਾ ਲੜਕਾ ਉਹਦਾ ਨਾਮ ਹਾਠੀ ਸਿੰਘ ਹੈ, ਔਰ ਹਾਠੀ ਸਿੰਘ ਦੀ ਪ੍ਰਤਪਾਲਣਾ ਉਹ ਸਤਿਕਾਰਯੋਗ ਮਾਤਾ ਸੁੰਦਰੀ ਜੀ ਕਰਦੇ ਨੇ। ਅੱਜ ਕਈ ਦਿਨਾਂ ਬਾਅਦ ਸਬਰਵਾਲ ਸਾਹਿਬ ਹਾਜ਼ਰੀ ਭਰਨ ਆਏ ਹਨ, ਜਿਨ੍ਹਾਂ ਆਪਣੇ ਜੀਵਨ ਦੇ ਤਕਰੀਬਨ 50 ਸਾਲ ਇਸ ਸਥਾਨ ਤੇ ਪੋਥੀ ਪੜ੍ਹਨ ਦੀ ਸੇਵਾ ਨਿਭਾਈ ਹੈ। ਪਰ ਹੁਣ ਸਿਹਤ ਇਜਾਜ਼ਤ ਨਹੀਂ ਦਿੰਦੀ ਹੈ, ਪਰ ਮਨ 'ਚ ਚਾਹ ਹੈ, ਇੱਛਾ ਹੈ ਗੁਰੂ ਚਰਨਾਂ 'ਚ ਹਾਜ਼ਰੀ ਲੱਗੇ, ਕਿਉਂਕਿ ਕਥਾ ਦੀ ਸਮਾਪਤੀ ਇਹਦੀ ਆਉਣ ਵਾਲੇ ਦਿਨਾਂ ਵਿੱਚ ਹੋਣੀ। ਉਹਨਾਂ ਦੀ ਹਾਜ਼ਰੀ ਗੁਰੂ ਸਾਹਿਬ ਲੇਖੇ ਲਾਉਣ। ਹਾਠੀ ਸਿੰਘ ਉਹਦੀ ਪਾਲਣਾ ਮਾਤਾ ਸੁੰਦਰੀ ਜੀ ਕਰਦੇ ਹਨ। रुचिते आछे असन खुआले, ਔਰ ਬੜੀ ਰੁਚੀ ਨਾਲ, ਬੜੇ ਚਾਅ ਨਾਲ ਮਾਤਾ ਜੀ ਪਾਲਦੇ ਨੇ। ਮਾਤਾ ਜੀ ਦੇ ਮਨ 'ਚ ਕੋਈ ਏਦਾਂ ਦੀ ਦਵੈਸ਼ ਦੀ ਬਿਰਤੀ ਨਹੀਂ ਵੀ ਅਜੀਤ ਸਿੰਘ ਦਾ ਪੁੱਤਰ ਹੈ। ਉਹ ਤਾਂ ਛੋਟਾ ਬਾਲਕ ਹੈ ਹਾਠੀ ਸਿੰਘ, ਉਹਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਹਦੀ ਪਾਲਣਾ ਕਰਦੇ, ਏਦਾਂ ਪਾਲਣਾ ਕਰਦੇ ਜਿਵੇਂ ਮਾਤਾ ਜੀ ਦਾ ਪੋਤਰਾ ਹੁੰਦਾ। ਤੇ ਉਦਾਂ ਜੇ ਵੇਖੀਏ ਤਾਂ ਪੋਤਰਾ ਹੀ ਹੈ ਨਾ ਹਾਠੀ ਸਿੰਘ। ਜੇ ਅਜੀਤ ਸਿੰਘ ਪਾਲਕ ਪੁੱਤਰ ਸੀ ਤੇ ਉਹਦਾ ਪੁੱਤਰ ਅੱਗੇ ਪੋਤਰਾ ਹੋਇਆ। ਉਹਨੂੰ ਆਪਣੀ ਗੋਦ ਵਿੱਚ ਬੜੇ ਪਿਆਰ ਨਾਲ ਦੁਲਾਰਦੇ ਤੇ ਉਹਦੀ ਪ੍ਰਤਪਾਲਣਾ ਕਰਦੇ ਹਨ। ਅਪਰ ਦਰਬ ਸਿੱਖ ਸੰਗਤ ਕੇਰਾ, ਹੋਰ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਦਸਵੰਧ ਦੀ ਮਾਇਆ, ਉਹ ਵੀ ਮਥੁਰਾ ਵਿੱਚ ਜਦੋਂ ਮਾਤਾ ਜੀ ਰਹਿਣ ਲੱਗ ਪਏ, ਪੱਕਾ ਟਿਕਾਣਾ ਕਰ ਲਿਆ। ਤੇ ਜਿਹੜੀ ਸੰਗਤ ਪਹਿਲੋਂ ਦਿੱਲੀ ਆਉਂਦੀ ਸੀ, ਉਹ ਮਥੁਰਾ ਮਾਤਾ ਜੀ ਦੇ ਚਰਨਾਂ ਵਿੱਚ ਆਉਣ ਲੱਗੀ। ਪਹੁੰਚੇ ਮਥੁਰਾ ਮੈਂ ਤਿਸ ਬੇਰਾ, ਜਿੰਨੀਆਂ ਸੰਗਤਾਂ ਨੇ ਜਿਨ੍ਹਾਂ ਦੇ ਮਨ 'ਚ ਇੱਛਾ ਹੁੰਦੀ ਮਾਤਾ ਜੀ ਦੇ ਦਰਸ਼ਨਾਂ ਦੀ, ਉਹ ਸੰਗਤ ਚੱਲ ਕੇ ਮਥੁਰਾ ਵਿੱਚ ਮਾਤਾ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੀ ਹੈ। ਪ੍ਰਥਮ ਸਮਾਨ ਆਮਦਨ ਆਵੇ, ਕਹਿੰਦੇ ਜਿਵੇਂ ਆਮਦਨ ਪਹਿਲਾਂ ਦਿੱਲੀ ਆਉਂਦੀ ਸੀ, ਮਥੁਰਾ ਵਿੱਚ ਵੀ ਮਹਾਰਾਜ ਜੀ ਦੇ ਦਰ ਘਰ ਦੀ ਮਹਿਮਾ ਆਮਦਨ ਉਸੇ ਤਰ੍ਹਾਂ ਆਉਣ ਲੱਗ। ਪਹਿਲਾਂ ਕੁਝ ਸਮਾਂ ਮਾਤਾ ਜੀ ਨੇ ਔਖਿਆਂ ਕੱਟਿਆ ਮਥੁਰਾ ਵਿੱਚ, ਪਰ ਜਿਵੇਂ ਜਿਵੇਂ ਸੰਗਤ ਵਿੱਚ ਪਤਾ ਲੱਗਾ, ਫਿਰ ਉਸੇ ਤਰ੍ਹਾਂ ਗੁਰੂ ਘਰ ਦੀ ਜਿਹੜੀ ਆਮਦਨ ਹੈ ਉਹ ਮਾਤਾ ਜੀ ਕੋਲ ਆਉਣ ਲੱਗੀ। ਤਿਮਈ ਖਰਚੋਤ ਨਿਤ ਜਾਵੇ, ਹੁਣ ਜੇ ਆਮਦਨ ਹੁੰਦੀ ਹੈ ਤਾਂ ਖਰਚ ਵੀ ਹੁੰਦਾ। ਖਰਚਾ ਵੀ ਉਸੇ ਤਰ੍ਹਾਂ ਮਾਤਾ ਜੀ ਦੇ ਦਰ ਘਰ ਦੇ ਵਿੱਚ ਸੇਵਾਦਾਰ ਕੰਮ ਕਰਦੇ ਹੈ, ਉਹਨਾਂ ਦੀਆਂ ਤਨਖਾਹਾਂ ਨੇ। ਫਿਰ ਲੰਗਰ ਜਿਹੜਾ ਮਾਤਾ ਜੀ ਦੇ ਪਾਸ 8 ਪਹਿਰ ਚੱਲਦਾ, ਲੰਗਰ ਦੇ ਕੋਈ ਥੋੜੇ ਖਰਚੇ ਆ। 5-7 ਜੀਆਂ ਦਾ ਟੱਬਰ ਹੁੰਦਾ, ਪਰਿਵਾਰ ਹੁੰਦਾ, 8-10 ਹਜ਼ਾਰ 15 ਹਜ਼ਾਰ ਦਾ ਰਾਸ਼ਨ ਮਹੀਨੇ ਦਾ ਉਹਨਾਂ ਦਾ ਲੱਗ ਜਾਂਦਾ। ਤੇ ਜਿੱਥੇ ਰੋਜ਼ ਹਜ਼ਾਰਾਂ ਪ੍ਰਾਣੀਆਂ ਨੇ ਆ ਕੇ ਭੋਜਨ ਛਕਣਾ, ਉੱਥੇ ਕਿੱਥੇ, ਉੱਥੇ ਵੀ ਤਾਂ ਰਾਸ਼ਨ ਲੱਗਦਾ ਨਾ। ਤੋ ਖਰਚੇ ਵੀ ਬਹੁਤ ਨੇ। ਆਮ ਕਰਕੇ ਬਹੁਤੇ ਗੁਰਸਿੱਖਾਂ ਨੂੰ ਗੁਰੂ ਘਰ ਵਿੱਚ ਆਮਦਨ ਦਿਸਦੀ ਆ ਵੀ ਬੜੀ ਆਮਦਨ ਹੈ, ਪਰ ਉਹਨਾਂ ਗੁਰੂ ਘਰਾਂ ਦੇ ਜਿਹੜੇ ਖਰਚੇ ਨੇ ਉਹ ਵੀ ਤਾਂ ਹੈਣ ਕਿੰਨੇ। ਉੱਥੇ ਸੇਵਾ ਕਰਨ ਵਾਲੇ ਸੇਵਾਦਾਰ, ਉਹਨਾਂ ਦੀਆਂ ਤਨਖਾਹਾਂ ਨੇ, ਬਿਜਲੀ ਦੇ ਬਿੱਲ ਨੇ, ਹੋਰ ਕਿੰਨਾ ਕੁਝ ਹੈ। ਇਸ ਕਰਕੇ ਹਮੇਸ਼ਾ ਨਕਾਰਾਤਮਕ ਬਿਰਤੀ ਜਿਹੜੀ ਹੈ, ਉਸੇ ਬਿਰਤੀ ਦੇ ਉਤਾਰਨ ਕਰਕੇ ਨਹੀਂ ਸਭ ਕੁਝ ਵੇਖਣਾ ਚਾਹੀਦਾ। ਮਾਤਾ ਜੀ ਦੇ ਪਾਸ ਜਿੱਥੇ ਆਮਦਨ ਆਉਂਦੀ ਹੈ, ਭਾਈ ਸਾਹਿਬ ਕਹਿੰਦੇ ਤਿਵੇਂ ਉਸੇ ਤਰ੍ਹਾਂ ਖਰਚਾ ਵੀ ਬਹੁਤ ਹੈ। ਹਾਂਜੀ, ਹਠੀ ਸਿੰਘ ਕੇ ਹੇਤ ਤੁਰੰਗ, ਮਾਤਾ ਜੀ ਨੇ ਹਠੀ ਸਿੰਘ ਜਦੋਂ ਥੋੜਾ ਜਿਹਾ ਤਗੜਾ ਹੋਇਆ ਤੇ ਇਹਦੇ ਵਾਸਤੇ ਵੀ ਇੱਕ ਸੁੰਦਰ ਘੋੜਾ ਖਰੀਦਿਆ, ਜਿਵੇਂ ਅਜੀਤ ਸਿੰਘ ਨੂੰ ਲੈ ਕੇ ਦਿੱਤਾ ਸੀ। ਇਸੇ ਤਰ੍ਹਾਂ ਹਠੀ ਸਿੰਘ ਨੂੰ ਵੀ ਮਾਤਾ ਜੀ ਨੇ ਇੱਕ ਘੋੜਾ ਲੈ ਕੇ ਦਿੱਤਾ। ਲੀਏ ਮੋਲ ਸੁੰਦਰ ਸਰਬੰਗ, ਘੋੜਾ ਬੜਾ ਕੀਮਤੀ ਸੀ, ਚੰਗਾ ਉਹਦਾ ਮੁੱਲ ਤਾਰ ਕੇ, ਜਿਹਦੇ ਸਾਰੇ ਅੰਗ ਬੜੇ ਸੁੰਦਰ ਹਨ, ਉਹ ਘੋੜਾ ਖਰੀਦਿਆ। ਚਾਕਰ ਸਿੰਘ ਪਾਸ ਤਿਮ ਰਾਖੇ, ਔਰ ਹਠੀ ਸਿੰਘ ਜਦੋਂ ਥੋੜਾ ਜਿਹਾ 10-12 ਸਾਲਾਂ ਦਾ, 13 ਸਾਲਾਂ ਦਾ ਹੋਇਆ ਤੇ ਘੋੜੇ ਤੇ ਚੜ ਕੇ ਫਿਰਨ ਲੱਗਾ।
ਇਹਨੇ ਵੀ ਆਪਣੇ ਪਿਓ ਵਾਂਗੂ ਆਪਣੇ ਕੋਲ ਬੰਦੇ ਰੱਖਣੇ, ਨੌਕਰ ਰੱਖਣੇ ਸ਼ੁਰੂ ਕਰਤੇ, ਜਿਵੇਂ ਅਜੀਤ ਸਿੰਘ ਰੱਖਦਾ ਸੀ। ਇਹਨੇ ਵੀ ਆਪਣੇ ਕੋਲ ਕੁਝ ਬੰਦੇ ਭਰਤੀ ਕਰ ਲਏ। ਜਥਾ ਅਜੀਤ ਸਿੰਘ ਅਬਿਲਾਖੇ, ਜਿਵੇਂ ਅਜੀਤ ਸਿੰਘ ਦੀ ਅਬਿਲਾਖਾ ਹੁੰਦੀ ਸੀ ਨਾ ਵੀ ਮੈਂ ਆਪਣੇ ਕੋਲ ਘੋੜ ਸਵਾਰ ਰੱਖਾਂ, ਏਦਾਂ ਹਾਠੀ ਸਿੰਘ ਨੇ ਵੀ ਰੱਖਣੇ ਸ਼ੁਰੂ ਕਰਤੇ। ਜਿੱਥੇ ਜਦੋਂ ਬੰਦੇ ਰੱਖੇ ਫਿਰ ਉਹਨਾਂ ਲਈ ਘੋੜੇ ਵੀ ਖਰੀਦੇ, ਘੋੜ ਸਵਾਰ ਵੀ ਏਦਾਂ ਆਪਣੇ ਕੋਲ ਭਰਤੀ ਕਰ ਲਏ। ਵਹਿਰ ਚੜੇਤ ਸੈਲ ਅਖੇਰਾ, ਔਰ ਹਾਠੀ ਸਿੰਘ ਆਪਣੇ ਨਾਲ ਜਿਹੜੇ ਸਿਪਾਹੀ ਰੱਖੇ, ਜਦੋਂ 14 ਕੁ ਸਾਲਾਂ ਦਾ ਹੋ ਗਿਆ ਨਾ, 13-14 ਸਾਲਾਂ ਦਾ, ਇਹ ਸ਼ਿਕਾਰ ਖੇਡਣ ਵਾਸਤੇ ਜਾਣ ਲੱਗ ਪਿਆ। ਨਾਲ ਆਪਣੇ ਉਹ ਜਿਹੜੇ ਸਿਪਾਹੀ ਰੱਖੇ ਨੇ, ਫੌਜ ਰੱਖੀ ਹੈ, ਉਹਨਾਂ ਨੂੰ ਨਾਲ ਲੈ ਕੇ ਜੰਗਲ ਵਿੱਚ, ਮਥੁਰਾ ਦੇ ਇਲਾਕੇ 'ਚ, ਕਿਉਂਕਿ ਜੰਗਲ ਹੀ ਸੀ ਚਾਰੇ ਪਾਸੇ ਬੀਆਬਾਨ, ਉੱਥੇ ਫਿਰ ਕੇ ਸ਼ਿਕਾਰ ਖੇਡਦਾ ਹੈ। ਖਰਚਨ ਲਗਿਓ ਦਰਬ ਬੋ ਤੇਰਾ, ਹੁਣ ਇਹਦਾ ਖਰਚਾ ਵੀ ਵੱਧ ਗਿਆ, ਆਮਦਨ ਵੀ ਗੁਰੂ ਘਰ ਵਿੱਚ ਆਉਂਦੀ ਹੈ, ਹੁਣ ਖਰਚ ਵੀ ਉਸੇ ਤਰ੍ਹਾਂ, ਇਹਦਾ ਹੋਰ ਖਰਚਾ ਜਿਹੜਾ ਉਹ ਵੀ ਵਧੀ ਜਾਂਦਾ ਹੈ। ਪਿਤ ਕੇ ਸਮ ਸਭ ਕਛੂ ਬਣਾਇਓ, ਇਹਦੇ ਆਪਣੇ ਪਿਤਾ ਅਜੀਤ ਸਿੰਘ ਵਾਂਗੂ ਸਭ ਕੁਝ ਬਣਾ ਲਿਆ। ਜਿਵੇਂ ਅਜੀਤ ਸਿੰਘ ਨੇ ਆਪਣਾ ਠਾਠ ਰੱਖਿਆ ਸੀ ਨਾ, ਉਸੇ ਤਰ੍ਹਾਂ ਦਾ ਠਾਠ ਇਹਨੇ ਵੀ ਆਪਣੇ ਪਿਓ ਵਾਂਗੂ ਬਣਾ ਲਿਆ। ਮਾਤਾ ਹੀਰੇ ਸੁਖ ਪਾਇਓ, ਮਾਤਾ ਜੀ ਖੁਸ਼ ਹੁੰਦੇ ਆ ਵੀ ਚਲੋ ਯੋਧਿਆਂ ਨੂੰ ਸ਼ਸਤਰਾਂ ਤੇ ਘੋੜਿਆਂ ਦਾ ਪਿਆਰ ਹੁੰਦਾ ਹੀ ਹੈ, ਫੌਜਾਂ ਨਾਲ ਵੀ ਗੁਰੂ ਘਰ ਦੇ ਵਿੱਚ ਤਾਂ ਇਸੇ ਤਰ੍ਹਾਂ ਮਰਿਆਦਾ ਹੈ ਵੀ ਘੋੜ ਸਵਾਰ ਰੱਖਣੇ, ਸਿਪਾਹੀ ਭਰਤੀ ਕਰਨੇ, ਸ਼ਸਤਰ ਖਰੀਦਣੇ, ਹਥਿਆਰਬੰਦ ਹੋਣਾ। ਮਾਤਾ ਜੀ ਨੂੰ ਰੋਕਦੇ ਟੋਕਦੇ ਨਹੀਂ ਵੀ ਚਲੋ ਇਹ ਤਾਂ ਹੁੰਦਾ ਹੀ ਆ, ਗੁਰੂ ਘਰ ਵਿੱਚ ਸੂਰਮਿਆਂ ਦੀ ਵਿਰਤੀ ਹੈ, ਇਹ ਸਿਪਾਹੀ ਭਰਤੀ ਕਰਦਾ ਕੋਈ ਗੱਲ ਨਹੀਂ, ਘੋੜੇ ਖਰੀਦਦਾ ਕੋਈ ਗੱਲ ਨਹੀਂ, ਹਥਿਆਰ ਖਰੀਦਦਾ ਤਾਂ ਵੀ ਕੋਈ ਗੱਲ ਨਹੀਂ, ਇਹ ਤਾਂ ਸੂਰਮਿਆਂ ਦਾ ਸੁਭਾਅ ਹੈ। ਤੋ ਮਾਤਾ ਜੀ ਖੁਸ਼ ਹੁੰਦੇ ਆ। ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਵੀ ਇਹਦੀਆਂ ਕਰਤੂਤਾਂ ਵੀ ਆਉਣ ਵਾਲੇ ਸਮੇਂ 'ਚ ਇਹਦੇ ਪਿਓ ਵਾਲੀਆਂ ਹੀ ਹੋਣੀਆਂ, ਵੀ ਪਿਓ ਪਰ ਪੂਤ ਨਸਲ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ ਕਹਾਵਤ ਹੈ ਨਾ ਵੀ ਉਹ ਚਲਿਆ ਹੀ ਜਾਂਦਾ, ਕੋਈ ਨਾ ਕੋਈ ਸੁਭਾਅ ਜਰਾ ਸੀ ਨਾ ਹੀ ਜਾਂਦੇ ਆ ਪਿਓ ਪਿਤਾ ਪੁਰਖੀ ਜਿਹੜੇ ਅੱਗੇ ਚੱਲਦੇ ਆ, ਟਰੈਵਲ ਕਰਦੇ ਆ ਪੀੜ੍ਹੀ ਦਰ ਪੀੜ੍ਹੀ। ਉਹ ਮਾਤਾ ਜੀ ਦੇ ਮਨ 'ਚ ਨਹੀਂ ਸੀ। ਮਾਤਾ ਜੀ ਦਾ ਹਿਰਦਾ ਨਿਸ਼ਕਪਟ, ਨਿਰਛਲ, ਜਿਹੜਾ ਅਸਲ ਵਿੱਚ ਇੱਕ ਭਗਤ ਦਾ ਹੁੰਦਾ ਹੈ, ਕੋਈ ਮਨ 'ਚ ਕਿਸੇ ਤਰ੍ਹਾਂ ਦਾ ਕਪਟ ਫਲ ਛਲ ਫਰੇਬ ਨਹੀਂ ਹੈ। ਸਤਿਕਾਰਯੋਗ ਮਾਤਾ ਸੁੰਦਰੀ ਜੀ ਦੀ ਮਹਾਨ ਘਾਲਣਾ ਤੇ ਉਹਨਾਂ ਦੀ ਪੰਥ ਪ੍ਰਤੀ ਕੀਤੀ ਸੇਵਾ ਤੇ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਲਗੀਧਰ ਦੇ ਸਮਾਵਣ ਤੋਂ ਬਾਅਦ ਕਿੰਨਾ ਵਿਖੜਾ ਸਮਾਂ ਹੋਵੇਗਾ, ਜਦੋਂ ਸਿਰ ਦਾ ਸਾਈਂ ਸਿਰ ਤੇ ਨਹੀਂ ਹੈ, ਬੱਚੇ ਨਹੀਂ, ਪੰਥ ਦੀ ਅਗਵਾਈ ਕਰ ਰਹੇ ਨੇ। ਉਹ ਵੀ ਸਮੇਂ ਦੀ ਸਰਕਾਰ, ਦਿੱਲੀ ਦੇ ਬਾਦਸ਼ਾਹ ਦੇ ਨਗਰ ਵਿੱਚ ਰਹੇ ਕੁਝ ਸਮਾਂ, ਤੋਂ ਪੰਥ ਦੀ ਬੜੀ ਸੁਚੱਜੀ ਅਗਵਾਈ ਮਾਤਾ ਜੀ ਨੇ ਕੀਤੀ। ਜੇ ਪੰਥ ਦੇ ਵਿੱਚ ਕੋਈ ਸਮੱਸਿਆ ਆਈ, ਆਉਣ ਵਾਲੇ ਸਮੇਂ 'ਚ ਬੰਦਈਆਂ ਤੱਤ ਖਾਲਸਿਆਂ ਦਾ ਰੌਲਾ ਪਿਆ, ਤਾਂ ਭਾਈ ਮਨੀ ਸਿੰਘ ਹੋਣਾ ਦੀ ਡਿਊਟੀ ਲਾਉਂਦੇ ਆ ਮਾਤਾ ਜੀ। ਤੋਂ ਮਾਤਾ ਜੀ ਦੀ ਬੜੀ ਵੱਡੀ ਮਹਾਨ ਸੇਵਾ ਹੈ। ਮਾਤਾ ਜੀ ਹਾਠੀ ਸਿੰਘ ਨਾਲ ਬੜਾ ਪ੍ਰੇਮ ਕਰਦੇ ਤੇ ਖੁਸ਼ ਵੀ ਹੁੰਦੇ ਇਹਨੂੰ ਜਦੋਂ ਘੋੜੇ ਖਰੀਦਦਾ ਜਾਂ ਘੋੜਿਆਂ ਤੇ ਚੜ੍ਹ ਕੇ ਸਵਾਰੀ ਕਰਦਾ, ਸ਼ਿਕਾਰ ਖੇਡਣ ਜਾਂਦਾ, ਤਾਂ ਮਾਤਾ ਜੀ ਖੁਸ਼ ਹੁੰਦੇ ਹਨ। ਕਰਿਓ ਦੇਹੁਰਾ ਗੁਰੂ ਨਵਮ ਕੋ, ਇੱਥੇ 9ਵੇਂ ਪਾਤਸ਼ਾਹ ਜੀ ਦਾ ਜਿਹੜਾ ਦਿਉਰਾ ਬਣਿਆ ਸੀ ਨਾ ਦਿੱਲੀ ਵਿਖੇ, ਕਲਗੀਧਰ ਪਾਤਸ਼ਾਹ ਨੇ ਬਣਵਾਇਆ ਸੀ। ਕਿਹੜਾ ਦਿਉਰਾ? ਗੁਰਦੁਆਰਾ ਰਕਾਬਗੰਜ ਸਾਹਿਬ। ਕਿਉਂਕਿ ਜਦੋਂ ਮਹਾਰਾਜ ਜੀ ਦਾ ਸੰਸਕਾਰ ਹੋਇਆ 9ਵੇਂ ਪਾਤਸ਼ਾਹ ਦੇ ਸਰੀਰ ਦਾ, ਲੱਖੀ ਸ਼ਾਹ ਬਣਜਾਰੇ ਨੇ ਇੱਥੇ ਕੀਤਾ, तो किन्ने सालों बाद उत्थे कोई स्थान नहीं सी बनया। कलगीधर जी जदों दिल्ली गए उन्होंने गुरु घर बनाया सी ते महाराज जी का स्थान बना के ते सतगुरु जी नंदेड़ गए सी। वो जो दिल्ली विच महाराज जी का देवरा रकाबगंज साहब स्थान बनाया सी। हुक्म पयो जब गुरु दसम को, जदों 10वें पातशाह ने हुक्म कीता सी दिल्ली दी संगत नूं भी इत्थे स्थान बनाओ, 9वें पातशाह जी दे पावन शरीर दा इत्थे अंतिम संस्कार होया, इत्थे उन्हां दा देवरा बनाओ। सिख संगत बो दरब लगायो, तो दिल्ली तो होर बहुत सारियां संगतां ने एकत्र हो के बहुत सारी धन माया खर्च के गुरुद्वारा रकाबगंज साहब जी की कार सेवा की। कलगीधर जी ने पहली सेवा 10वें पातशाह ने कराई। इत्थे
ਬੜਾ ਸੁੰਦਰ ਸਥਾਨ ਮਹਾਰਾਜ ਜੀ ਦੀ ਯਾਦ ਵਿੱਚ ਦਿਉਰਾ ਬਣਾਇਆ। ऊंचो मंडप चारु सुहायो। ਬੜਾ ਉੱਚਾ ਮੰਡਪ ਮਹਿਲ ਨੁਮਾ ਬਣਾਇਆ ਤੇ ਬੜਾ ਸੁੰਦਰ ਬਣਾਇਆ। ਸੰਗਤ ਨੇ ਰੀਝ ਨਾਲ ਨੌਵੇਂ ਪਾਤਸ਼ਾਹ ਜੀ ਦਾ ਪਵਿੱਤਰ ਅਸਥਾਨ ਆਪ ਤਿਆਰ ਕਰਵਾਇਆ। तुर्केश्वर की आयस पाए। ਜਦੋਂ ਮਾਤਾ ਜੀ ਚਲੇ ਗਏ, ਅਜੀਤ ਸਿੰਘ ਚਾਲੇ ਪਾ ਗਿਆ, ਮਾਤਾ ਜੀ ਮਥੁਰਾ ਚਲੇ ਗਏ। ਪਿੱਛੋਂ ਜਿਹੜਾ ਬਾਦਸ਼ਾਹ ਸੀ ਦਿੱਲੀ ਦਾ, ਉਹਦਾ ਹੁਕਮ ਪ੍ਰਾਪਤ ਕਰਕੇ छीन बेनवे लीन सुथाए। ਉਹ ਜਿਹੜੇ ਬੇਨਵੇ ਫਕੀਰ ਸੀ ਨਾ, ਜਿਨ੍ਹਾਂ ਦਾ ਉਸਤਾਦ ਬੇਨਵਾ ਫਕੀਰ ਅਜੀਤ ਸਿੰਘ ਨੇ ਮਾਰਿਆ ਸੀ, ਕਤਲ ਕੀਤਾ ਸੀ, ਉਹਦੇ ਜਿਹੜੇ ਚੇਲੇ ਸਨ ਉਹ ਸੈਂਕੜਿਆਂ ਦੀ ਗਿਣਤੀ 'ਚ ਸੀ। ਬਾਦਸ਼ਾਹ ਕੋਲੋਂ ਇਜਾਜ਼ਤ ਲੈ ਕੇ ਇਹਨਾਂ ਨੇ ਨੌਵੇਂ ਪਾਤਸ਼ਾਹ ਦਾ ਜਿਹੜਾ ਪਵਿੱਤਰ ਸਥਾਨ ਸੀ ਉਹਦੇ ਤੇ ਕਬਜ਼ਾ ਕਰ ਲਿਆ। ਉੱਥੇ ਇਹਨਾਂ ਨੇ ਉਹ ਮਹਾਰਾਜ ਜੀ ਦਾ ਸਥਾਨ ਢਾਹ ਦਿੱਤਾ। ਢਾਹ ਕੇ ਇਹਨਾਂ ਨੇ ਆਪਣੀ ਉੱਥੇ ਜਿਹੜੀ ਕਬਰਗਾਹ ਹੁੰਦੀ, ਮਸੀਤ ਵਗੈਰਾ, ਉਹ ਇਹਨਾਂ ਨੇ ਉੱਥੇ ਬਣਾ ਲਈ। सो सब टाए मसीत चिनाई। ਨੌਵੇਂ ਪਾਤਸ਼ਾਹ ਦਾ ਸਥਾਨ ਜਿਹੜਾ ਕਲਗੀਧਰ ਬਣਵਾ ਕੇ ਗਏ ਸੀ, ਇਹਨਾਂ ਬੇਨਵੇ ਫਕੀਰਾਂ ਨੇ ਬੜੀ ਮਾੜੀ ਕੀਤੀ। ਮਾੜੀ ਬਿਰਤੀ ਦੇ ਨਾਲ ਵੀ ਵੈਰ ਕੱਢਣ ਵਾਸਤੇ ਇਹਨਾਂ ਨੇ ਰਕਾਬਗੰਜ ਸਾਹਿਬ ਵਾਲਾ ਜੋ ਪਵਿੱਤਰ ਸਥਾਨ ਗੁਰੂ ਘਰ ਸੀ ਉਹ ਢਾਹ ਕੇ ਉਹਦੀ ਜਗ੍ਹਾ ਤੇ ਆਪਣੀ ਮਸੀਤ ਤਿਆਰ ਕਰ ਲਈ। अपनो दरब लाए समुदाई। ਔਰ ਜਿਹੜਾ ਆਪਣਾ ਪੈਸਾ ਵਗੈਰਾ ਸੀ ਇਹਨਾਂ ਨੇ ਆਪਣੇ ਪੱਲਿਓਂ ਖਰਚ ਕੇ ਉੱਥੇ ਆਪਣੇ ਢੰਗ ਨਾਲ ਮਸਜਿਦ ਉਸਾਰੀ। दोहरा प्रतपालत है पुत्र सम करे सने विशाल। ਇਹ ਤਾਂ ਸੀ ਦਿੱਲੀ ਵਿਖੇ ਵਰਤਿਆ ਪ੍ਰਸੰਗ। ਇਧਰ ਮਥੁਰਾ ਵਿੱਚ ਮਾਤਾ ਜੀ ਬੜੇ ਪ੍ਰੇਮ ਨਾਲ ਸਨੇਹ ਨਾਲ ਆਠੀ ਸਿੰਘ ਦੀ ਪ੍ਰਤਪਾਲਣਾ ਕਰਦੇ ਨੇ। ਇਹਦੇ ਨਾਲ ਵੀ ਮਾਤਾ ਜੀ ਦੇ ਮਨ 'ਚ ਪਿਆਰ ਬਣ ਆਇਆ, ਪ੍ਰੇਮ ਬਣ ਆਇਆ। ਜਦੋਂ ਬੱਚਾ ਸੀ ਗੋਦ 'ਚ ਖੇਡਿਆ, ਘਰ 'ਚ ਰਹਿ ਕੇ ਪਲਿਆ, ਤੋ ਕੋਈ ਜਾਨਵਰ ਵੀ ਘਰ ਵਿੱਚ ਹੋਵੇ ਉਹਦੇ ਨਾਲ ਵੀ ਸਨੇਹ ਪੈ ਜਾਂਦਾ ਹੈ। ਇਹ ਤਾਂ ਫਿਰ ਪਾਲਕ ਪੁੱਤਰ ਦਾ ਅੱਗੋਂ ਪੁੱਤਰ ਸੀ, ਤੋ ਮਾਤਾ ਜੀ ਦਾ ਇਹਦੇ ਨਾਲ ਵੱਡਾ ਭਾਰੀ ਸਨੇਹ ਪੈ ਗਿਆ। करियो बास मथुरा बिखे शांत हृदय चिरकाल। ਕਹਿੰਦੇ ਸ਼ਾਂਤੀ ਨਾਲ ਮਾਤਾ ਜੀ ਨੇ ਕੁਝ ਸਮਾਂ ਮਥੁਰਾ ਵਿੱਚ ਕੁਝ ਸਾਲ ਰਹਿ ਕੇ ਇਸੇ ਤਰ੍ਹਾਂ ਬਤੀਤ ਕੀਤੇ। चौपाई बड़ी आरबल भोगन करी। ਮਾਤਾ ਜੀ ਦੀ ਸਰੀਰਕ ਆਯੂ ਕਾਫੀ ਦੀਰਘ ਹੋ ਚੁੱਕੀ, ਲੰਮੀ ਉਮਰ ਮਾਤਾ ਜੀ ਨੇ ਭੋਗੀ ਹੈ। 4 ਦਹਾਕਿਆਂ ਤੋਂ ਵੀ ਵੱਧ ਸਮਾਂ ਮਾਤਾ ਜੀ ਤਕਰੀਬਨ ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਰਹੇ ਨੇ ਸਰੀਰ ਕਰਕੇ। ਤੋ ਮਾਤਾ ਜੀ ਦੀ ਬੜੀ ਦੀਰਘ ਆਯੂ ਹੋਈ ਹੈ। ਬਿਰਧ ਅਵਸਥਾ ਨੂੰ ਮਾਤਾ ਸੁੰਦਰੀ ਜੀ ਪ੍ਰਾਪਤ ਹੋ ਗਏ ਹਨ। ਬ੍ਰਿਧ ਦੇ ਹੋਈ ਜਰ ਜਰੀ। ਹੁਣ ਉਮਰ ਦੇ ਹਿਸਾਬ ਨਾਲ ਜਿਵੇਂ ਜਿਵੇਂ ਉਮਰ ਵੱਧ ਰਹੀ ਹੈ, ਮਾਤਾ ਜੀ ਦਾ ਸਰੀਰ ਜਰਜਰਾ ਹੋ ਰਿਹਾ ਹੈ। ਬੁਢੇਪੇ ਦੇ ਨਾਲ ਮਾਤਾ ਜੀ ਦੀ ਕਾਇਆ ਜਿਹੜੀ ਆ ਉਹ ਤਬਦੀਲ ਹੋ ਰਹੀ ਹੈ। ਦਿੱਲੀ ਆਦ ਸੰਗਤਾਂ ਬ੍ਰਿੰਦੰ। ਇਧਰ ਦਿੱਲੀ ਤੋਂ ਜਾਂ ਹੋਰ ਇਲਾਕੇ ਤੋਂ, ਇਧਰੋਂ ਪੰਜਾਬ ਤੋਂ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਹਨ, ਦੇਤੇ ਉਪਾਇਨ ਭਾਵ ਬਿਲੰਦੰ। ਬੜੇ ਭਾਵ ਨਾਲ, ਬੜੇ ਪ੍ਰੇਮ ਨਾਲ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਭਟਾਵਾਂ ਅਰਪਣ ਕਰਦੇ ਹਨ। ਪੂਜੇ ਮਾਤ ਸੁੰਦਰੀ ਦਰਸੇ। ਔਰ ਮਾਤਾ ਜੀ ਦੀ ਪੂਜਾ ਕਰਦੇ ਨੇ, ਨਾਲੇ ਚਰਨਾਂ 'ਚ ਅਰਪਣ ਕਰਦੇ ਭਟਾਵਾਂ ਜਥਾ ਸ਼ਕਤ। ਔਰ ਬੜੇ ਸਤਿਕਾਰ ਨਾਲ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਦੇ ਹਨ। ਗੁਰ ਗੇਹਣ ਕਰ ਮਹਿਮਾ ਹਰਸ਼ੈ। ਔਰ ਗੁਰੂ ਗਹਿਣ, ਗੁਰ ਗਹਿਣ ਦਾ ਮਤਲਬ ਹੈ ਵੀ ਕਲਗੀਧਰ ਜੀ ਦੇ ਮਹਿਲ ਹਨ ਮਾਤਾ ਸੁੰਦਰੀ ਜੀ। ਔਰ ਮਾਤਾ ਜੀ ਨੇ ਸਾਹਿਬ ਜੀ ਦੇ ਚਰਨਾਂ ਦੀ ਸੰਗਤ ਕੀਤੀ। ਬੜੇ ਉੱਤਮ ਵੱਡੇ ਭਾਗ ਨੇ ਮਾਤਾ ਸੁੰਦਰੀ ਜੀ ਦੇ। ਇਹੋ ਜੀ ਭਾਵਨਾ ਰੱਖ ਕੇ ਸੰਗਤ ਮਾਤਾ ਜੀ ਦੇ ਦਰਸ਼ਨ ਕਰਦੀ। ਜੇ ਕਲਗੀਧਰ ਪਰਮੇਸ਼ਰ ਨੇ ਤਾਂ ਫਿਰ ਮਾਤਾ ਸੁੰਦਰ ਜੀ ਉਸੇ ਪਰਮੇਸ਼ਰ ਦੀ ਸ਼ਕਤੀ ਰੂਪ ਨੇ ਨਾ, ਉਹਨਾਂ ਦੇ ਨਾਲ ਉਹਨਾਂ ਦਾ ਮੇਲ ਹੈ। ਇਸ ਕਰਕੇ ਸਾਰੇ ਪੰਥ ਵਿੱਚ ਮਾਤਾ ਜੀ ਦਾ ਬੜਾ ਅਦਬ ਤੇ ਸਤਿਕਾਰ ਹੈ। ਸਾਰੀ ਸੰਗਤ ਮਾਤਾ ਸੁੰਦਰੀ ਜੀ ਦਾ ਬਹੁਤ ਅਦਬ ਕਰਦੀ ਹੈ। ਹੋਤ ਸਕੇਲਨ ਤਨ ਸਮੁਦਾਇਆ। ਮਾਤਾ ਜੀ ਦੇ ਪਾਸ ਸੰਗਤਾਂ ਵੱਲੋਂ ਭੇਟਾ ਕੀਤੀ ਹੋਈ ਦਸਵੰਧ ਦੀ ਜਿਹੜੀ ਮਾਇਆ ਹੈ ਉਹ ਇਕੱਤਰ ਹੋਣ ਲੱਗੀ।
ਬਹੁਤ ਸਾਰੇ ਮਾਇਆ ਦੇ ਗੱਫੇ ਮਾਤਾ ਜੀ ਦੇ ਪਾਸ ਚਰਨਾ ਚਾਹੁੰਦੇ ਐ, ਪਰ ਖਰਚੇ ਵੀ ਬਹੁਤ ਨਾਲ ਹਨ। ਮਾਤਾ ਜੀ ਜਿੱਥੇ ਕੋਈ ਲੋੜਵੰਦ ਅਭਿਆਗਤ ਹੁੰਦਾ ਉਹਨੂੰ ਵੀ ਮਾਇਆ ਦਾ ਵਰਤਾਰਾ ਵਰਤਾਉਂਦੇ ਨੇ, ਲੰਗਰ ਚਲਾਉਂਦੇ ਐ। ਤੋ ਇਸ ਤਰ੍ਹਾਂ ਮਾਤਾ ਜੀ ਦੇ ਪਾਸ ਬਹੁਤ ਸਾਰੀ ਸੰਗਤ ਆਉਂਦੀ ਹੈ। ਦੂਰ ਦੂਰ ਤੇ ਆਵਤ ਮਾਇਆ, ਦੂਰੋਂ ਜਿਹੜੀ ਸੰਗਤ ਕੋਲ ਦਸਵੰਧ ਦੀ ਮਾਇਆ ਹੈ ਉਹ ਮਾਤਾ ਜੀ ਦੇ ਚਰਨੀ ਚੱਲ ਕੇ ਆਉਂਦੀ। ਬਹੁਤ ਸਾਰੇ ਹੁਕਮਨਾਮੇ ਕੁਝ ਮਾਤਾ ਜੀ ਦੇ ਲਿਖੇ ਮਿਲਦੇ ਆ ਸੰਗਤਾਂ ਪ੍ਰਤੀ, ਜਿਹਦੇ ਵਿੱਚ ਮਾਤਾ ਜੀ ਨੇ ਆਗਿਆ ਕੀਤੀ ਹੈ ਸੰਗਤ ਨੂੰ ਵੀ ਗੁਰੂ ਕੀ ਕਾਰ ਗੁਰੂ ਘਰ ਦੇ ਵਿੱਚ ਲਿਆ ਕੇ ਭੇਟਾ ਕਰਨੀ, ਗੁਰੂ ਕੀ ਖੁਸ਼ੀ ਹੋਵੇਗੀ। ਏਦਾਂ ਜਿਵੇਂ ਪੁਰਾਣੀ ਬੋਲੀ 'ਚ ਲਿਖੇ ਜਾਂਦੇ ਸਨ ਹੁਕਮਨਾਮੇ, ਉਹ ਮਾਤਾ ਸੁੰਦਰੀ ਜੀ ਦੇ ਕੁਝ ਹਸਤ ਲਿਖਤ ਹੁਕਮਨਾਮੇ ਅੱਜ ਵੀ ਪੰਥ ਵਿੱਚ ਮੌਜੂਦ ਹਨ। ਜੋ ਡਾਕਟਰ ਗੰਡਾ ਸਿੰਘ ਨੇ, ਬੜੇ ਵਿਦਵਾਨ ਸਨ ਡਾਕਟਰ ਗੰਡਾ ਸਿੰਘ ਹੋਣੀ, ਉਹਨਾਂ ਨੇ ਮਾਤਾ ਜੀ ਦੇ 9ਵੇਂ ਪਾਤਸ਼ਾਹ ਜੀ ਦੇ 10ਵੇਂ ਪਾਤਸ਼ਾਹ ਜੀ ਦੇ ਮਾਤਾ ਸਾਹਿਬ ਦੇਵਾਂ ਜੀ ਦੇ ਜਿੰਨੇ ਪੁਰਾਣੇ ਹੱਥ ਲਿਖਤ ਹੁਕਮਨਾਮੇ ਸਨ, ਉਹਨਾਂ ਹੁਕਮਨਾਮਿਆਂ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ ਸੀ। ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੋਂ ਪੁਸਤਕ ਛਪੀ ਸੀ। ਉਹਦੇ ਵਿੱਚ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਜਿਵੇਂ ਵਾਰਤਾਲਾਪ ਹੋਈ, ਜਿਹਦੇ 'ਚ ਬਕਾਇਦਾ ਮਾਤਾ ਜੀ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਦੇ ਐ, ਮਨੀ ਸਿੰਘ ਜੀ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀਆਂ ਪੋਥੀਆਂ ਆਪ ਜੀ ਨੇ ਇਕੱਤਰ ਕੀਤੀਆਂ ਹਨ, ਤਾਂ ਭਾਈ ਸਾਹਿਬ ਜੀ ਅੱਗੋਂ ਲਿਖ ਕੇ ਭੇਜਦੇ ਹਨ ਕਿ ਉਹ ਕੰਮ ਚੱਲ ਰਿਹਾ, 10ਵੇਂ ਪਾਤਸ਼ਾਹ ਜੀ ਦੀ ਬਾਣੀ ਅਸੀਂ ਇਕੱਤਰ ਕਰ ਰਹੇ ਹਾਂ। ਤੋ ਕਲਗੀਧਰ ਦੀ ਬਾਣੀ ਦਾ ਜਿਹੜਾ ਸੰਗ੍ਰਹਿ ਹੈ ਉਹ ਵੀ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਗੁਰੂ ਘਰ ਦੇ ਮਹਾਨ ਸੇਵਕਾਂ ਦੀ ਸੇਵਾ ਲਾ ਕੇ ਕਰਵਾਇਆ। ਤੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹਨਾਂ ਦਾ ਹਾਲ ਚਾਲ ਮਾਤਾ ਜੀ ਪੁੱਛਦੇ ਦਰਬਾਰ ਸਾਹਿਬ ਦੀ। ਭਾਈ ਸਾਹਿਬ ਜੀ ਅੱਗੋਂ ਭਾਈ ਮਨੀ ਸਿੰਘ ਜੀ ਲਿਖਦੇ, ਮਾਤਾ ਜੀ ਸਰੀਰ ਕੁਝ ਬਿਰਧ ਹੋ ਗਿਆ ਹੈ, ਤੋ ਸਰੀਰ ਜੀਰਨ ਹੋਣੇ ਕਰਕੇ ਸਰੀਰ ਵਿੱਚ ਉਹ ਤਾਕਤ ਨਹੀਂ ਰਹੀ, ਪਰ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਸੇਵਾ ਵਿੱਚ ਕੋਈ ਆਲਕ ਨਹੀਂ ਹੈ, ਉਹ ਸੇਵਾ ਗੁਰੂ ਰਾਮਦਾਸ ਜੀ ਲੈ ਰਹੇ ਨੇ। ਏਦਾਂ ਬਹੁਤ ਸਾਰੀਆਂ ਵਾਰਤਾਲਾਪਾਂ ਨੇ ਮਾਤਾ ਸੁੰਦਰੀ ਜੀ ਦੀਆਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਜਿਹੜੀ ਚਿੱਠੀ ਪੱਤਰ ਹੋਇਆ ਉਹ ਲਿਖੀਆਂ ਹੋਈਆਂ ਹੁਣ ਪੰਥ ਵਿੱਚ ਮਿਲਦੀਆਂ ਹਨ। ਤੋ ਪੜ੍ਹ ਕੇ ਪਤਾ ਲੱਗਦਾ ਕਿ ਮਾਤਾ ਜੀ ਕਿਵੇਂ ਨਿਗਰਾਨੀ ਰੱਖਦੇ ਆ, ਸਾਰੇ ਪੰਥ ਦੀ ਦੇਖ ਰੇਖ ਕਰਦੇ ਆ। ਤੋ ਮਾਤਾ ਸੁੰਦਰੀ ਜੀ ਦੇ ਪਾਸ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ, ਦਸਵੰਧ ਦੀ ਮਾਇਆ ਮਾਤਾ ਜੀ ਦੇ ਚਰਨਾਂ 'ਚ ਭੇਟ ਕਰਦੇ ਹਨ। ਹਾਠੀ ਸਿੰਘ ਖਰਚੇ ਅਰ ਖਾਏ, ਉਹ ਮਾਇਆ ਦਾ ਪ੍ਰਬੰਧ ਅੱਗੋਂ ਹਾਠੀ ਸਿੰਘ ਜੀ ਕਰਨ ਲੱਗ ਪਏ। ਹਾਠੀ ਸਿੰਘ ਹੋਣੀ ਉਹ ਮਾਇਆ ਆਪ ਆਪਣੀ ਮਰਜ਼ੀ ਨਾਲ ਜਿੱਥੇ ਲੋੜ ਹੁੰਦੀ ਆ ਖਰਚਦੇ ਹਨ। ਪਹਿਰੇ ਜ਼ੇਵਰ ਰਤਨ ਜਰਾਏ, ਕੀਮਤੀ ਰਤਨ ਜਵਾਹਰਾਤਾਂ ਦੇ ਸਹਿਤ ਜੜੇ ਹੋਏ ਆਭੂਸ਼ਣ ਗਹਿਣੇ ਉਹ ਹਾਠੀ ਸਿੰਘ ਜੀ ਆਪਣੇ ਤਨ ਤੇ ਸਰੀਰ ਤੇ ਧਾਰਦੇ ਹਨ। ਕੋਸ਼ਿਸ਼ ਬਹੁਤ ਮੋਲ ਕੀ ਫਬੇ, ਚੰਗੇ ਕੀਮਤੀ ਕੱਪੜੇ ਬਸਤਰ ਵੀ ਸਰੀਰ ਤੇ ਪਾਉਂਦੇ ਨੇ। ਮਾਨੇ ਸਿੱਖ ਸੰਗਤ ਮਿਲ ਸਬੇ, ਹੁਣ ਸਿੱਖ ਸੰਗਤ ਵਿੱਚ ਮਾਤਾ ਜੀ ਦਾ ਜਿੱਥੇ ਸਤਿਕਾਰ ਹੁੰਦਾ ਹੈ, ਜਦੋਂ ਹਾਠੀ ਸਿੰਘ ਮਾਤਾ ਜੀ ਦੇ ਕੋਲ ਆਉਂਦਾ ਤੇ ਸੰਗਤ ਹਾਠੀ ਸਿੰਘ ਦਾ ਵੀ ਸਤਿਕਾਰ ਕਰਦੀ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਮਹਿਲ ਨੇ ਮਾਤਾ ਜੀ ਉਹ ਪਾਲ ਰਹੇ ਨੇ ਹਾਠੀ ਸਿੰਘ ਨੂੰ। ਮਾਤਾ ਜੀ ਕਰਕੇ ਉਹਦਾ ਵੀ ਸਤਿਕਾਰ ਜਿਹੜਾ ਉਹ ਸੰਗਤ ਕਰਦੀ ਹੈ। ਜਥਾ ਸਮਾਜ ਪਿਤਾ ਕਾ ਸੁਨਿਓ, ਜਿਵੇਂ ਹਾਠੀ ਸਿੰਘ ਨੇ ਸੁਣਿਆ ਵੀ ਮੇਰੇ ਪਿਓ ਦਾ ਰਾਗ ਸਾਜ ਸੀ ਨਾ, ਜਿਵੇਂ ਉਹਦੇ ਠਾਠ ਬਾਗ ਸਨ, ਉਦਾਂ ਹਾਠੀ ਸਿੰਘ ਨੇ ਆਪਣੇ ਵੀ ਕਰ ਲਏ। ਆਪਣਾ ਰਾਗ ਸਾਜ ਵੀ ਇਹਨੇ ਉਸੇ ਤਰ੍ਹਾਂ ਦਾ ਬਣਾ ਲਿਆ। ਤਥਾ ਸਕਲ ਰਚ ਕੋ ਗੁਰ ਬਨਿਓ, ਔਰ ਉਹ ਸਾਰਾ ਰਾਗ ਸਾਜ ਰਚ ਕੇ ਇਹਨੇ ਤਾਂ ਇੱਥੋਂ ਤੱਕ ਵੀ ਇਹ ਤਾਂ ਗੁਰੂ ਬਣ ਕੇ ਵੀ ਬੈਠਣ ਲੱਗ ਪਿਆ। ਇਹ ਬਿਰਤੀ ਇਹਨੇ ਧਾਰਨ ਕਰ ਲਈ ਵੀ ਮੈਂ ਗੁਰੂ ਆ। ਆਈ ਸੰਗਤ ਤਾਂ ਮਾਤਾ ਜੀ ਕਰਕੇ ਸਤਿਕਾਰ ਕਰਦੀ ਸੀ ਇਹਦਾ। ਉਹ ਜਿਵੇਂ ਮਹਾਰਾਜ ਜੀ ਦੇ ਬਚਨ ਨੇ ਨਾ ਵੀ ਜੈਸੇ ਰਬ ਕੇ ਤੇਜ ਤੇਰੇ ਤਯਦਕ ਤਪਤਾਏ, ਰਬ ਬਲ ਕਛੂ ਨਾ ਜਾਣਹੀ ਆਪਨ ਹੀ ਗਰਬਾਏ। ਕਹਿੰਦੇ ਜਿਵੇਂ ਸੂਰਜ ਦੀ ਤਪਸ਼ ਪੈਂਦੀ ਹੈ ਨਾ ਰੇਤ ਤੇ ਰੇਤ ਤਪਦੀ ਹੈ ਤੇ ਉਹ ਹੰਕਾਰ ਵਿੱਚ ਆ ਜਾਂਦੀ ਵੀ ਮੇਰੇ ਵਰਗਾ ਤਪਣ ਵਾਲਾ ਕੌਣ ਹੈ। ਸੂਰਜ ਨੂੰ ਨਹੀਂ ਸਿਆਣਦੀ ਰੇਤ,
ਉਹਨੂੰ ਆਪਣਾ ਹੀ ਹੰਕਾਰ ਹੋ ਜਾਂਦਾ ਵੀ ਮੈਂ ਤਪਦੀ, ਹੁਣ ਤਪਦੀ ਤਾਂ ਸੂਰਜ ਕਰਕੇ ਆ। ਉਹ ਹਾਲ ਹਾਠੀ ਸਿੰਘ ਦਾ ਵੀ ਇਹਦਾ ਸਤਿਕਾਰ ਤਾਂ ਮਾਤਾ ਜੀ ਕਰਕੇ ਹੁੰਦਾ। ਇਹ ਸਮਝਦਾ ਵੀ ਮੈਂ ਹੁਣ ਗੁਰੂ ਬਣ ਗਿਆ, ਸੰਗਤ ਮੈਨੂੰ ਆ ਕੇ ਮੱਥਾ ਟੇਕਦੀ ਹੈ। ਖਾਲਸਾ ਜੀ ਵਡਿਆਈ ਕਿੱਥੇ ਕੋਈ ਵਿਰਲਾ ਹੀ ਹਜਮ ਕਰ ਸਕੇ ਤਾਂ ਕਰ ਸਕੇ, ਕਿਹੜਾ ਕਿਸੇ ਕੋਲ ਹਜਮ ਹੁੰਦੀ। ਤੁਲਸੀਦਾਸ ਜੀ ਲਿਖਦੇ ਆ ਨਾ, ਉਹ ਕਹਿੰਦੇ ਆ ਤੁਲਸੀ ਐਸੋ ਕੋਏ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਕੋਈ ਜੰਮਿਆ ਨਹੀਂ ਸੰਸਾਰ ਵਿੱਚ ਜਿਹਨੂੰ ਵਡਿਆਈ ਮਿਲੀ ਹੋਵੇ ਤੇ ਨਾਲ ਹੰਕਾਰ ਨਾ ਆਇਆ ਹੋਵੇ। ਉਹ ਤਾਂ ਕੋਈ ਵਿਰਲਾ ਗੁਰਮੁਖ ਗੁਰ ਸ਼ਬਦ ਅਭਿਆਸੀ ਹੋਵੇਗਾ ਜਿਹਨੂੰ ਪ੍ਰਭਤਾ ਮਿਲੇ, ਵਡਿਆਈ ਮਿਲੇ ਤੇ ਆਖੇ ਸਾਹਿਬ ਤੇਰੀ ਵਡਿਆਈ ਹੈ, ਇਹ ਤੇਰੀ ਉਪਮਾ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਦੁਨੀਆ ਸਲਾਉਂਦੀ ਆ ਤਾਂ ਇਹ ਤੇਰੀ ਵਡਿਆਈ ਆ, ਮੇਰੀ ਨਹੀਂ ਮੇਰੇ ਦਾਤਿਆ। ਇਹ ਤਾਂ ਕੋਈ ਵਿਰਲਾ ਹੀ ਹੁੰਦਾ, ਨਹੀਂ ਤਾਂ ਬਹੁਤੇ ਆਪਣੇ ਆਪ ਹੀ ਹੰਕਾਰ ਚ ਆ ਜਾਂਦੇ। ਹਾਠੀ ਸਿੰਘ ਨੂੰ ਵੀ ਇਹੀ ਗੁਰੂਰ ਆ ਗਿਆ ਕਿ ਸੰਗਤ ਇਹਦਾ ਜਦੋਂ ਸਤਿਕਾਰ ਕਰੇ ਤੇ ਹਵਾ ਵਿੱਚ ਜਿਵੇਂ ਕੋਈ ਫਿਰਦਾ ਹੁੰਦਾ ਨਾ, ਏਦਾਂ ਇਹਨੇ ਆਪਣੇ ਆਪ ਨੂੰ ਗੁਰੂ ਬਣਨਾ ਸ਼ੁਰੂ ਕਰ ਦਿੱਤਾ। ਕਰੇ ਖਰੀਦਨ ਮੋਲ ਤੁਰੰਗ, ਇਹਨੇ ਘੋੜੇ ਮੁੱਲ ਖਰੀਦਣੇ ਸ਼ੁਰੂ ਕਰ ਦਿੱਤੇ। ਸੁੰਦਰ ਜ਼ੀਨ ਜ਼ਰੀ ਬਹੁ ਸੰਗ, ਘੋੜਿਆਂ ਤੇ ਬਹੁਤ ਸਾਰਾ ਧਨ ਖਰਚਣਾ, ਫਿਰ ਉਹਨਾਂ ਘੋੜਿਆਂ ਲਈ ਸੋਹਣੀਆਂ ਕਾਠੀਆਂ ਖਰੀਦਣੀਆਂ, ਕੀਮਤੀ ਜ਼ਰੀਦਾਰ ਕੱਪੜੇ ਖਰੀਦਣੇ। ਹੇਮ ਰਜਤ ਸ਼ਸਤਰਨ ਲਗਵਾਏ, ਜਿਹੜੇ ਸ਼ਸਤਰ ਰੱਖਦਾ ਸੀ ਕੋਲ ਉਹਨਾਂ ਤੇ ਸੋਨਾ ਚਾਂਦੀ ਏਦਾਂ ਦੀਆਂ ਜਿਹੜੀਆਂ ਧਾਤਾਂ ਨੇ ਕੀਮਤੀ, ਉਹਨਾਂ ਹਥਿਆਰਾਂ ਤੇ ਸ਼ਸਤਰਾਂ ਤੇ ਲਵਾਉਂਦਾ। ਸਿੰਘ ਚਾਕਰੀ ਹਿਤ ਰਖਵਾਏ, ਇਹਨੇ ਕੁਝ ਸਿੰਘ ਆਪਣੇ ਕੋਲ ਨੌਕਰੀ ਤੇ ਰੱਖ ਲਏ, ਸਿੰਘ ਭਰਤੀ ਕੀਤੇ ਜਿਹੜੇ ਅੰਮ੍ਰਿਤਧਾਰੀ ਸਿੰਘ ਸਨ, ਗੁਰੂ ਘਰ 'ਚ ਸੇਵਾ ਕਰਨ ਵਾਸਤੇ ਜਿਹੜੇ ਹਾਜ਼ਰ ਰਹਿੰਦੇ, ਉਹ ਕੁਝ ਕੁ ਸਿੰਘ ਇਹਨੇ ਹਾਠੀ ਸਿੰਘ ਨੇ ਆਪਣੇ ਕੋਲ ਭਰਤੀ ਕਰ ਲਏ। ਸੰਗ ਅਰੂੜੇ ਜਿਤ ਕੋ ਜਾਤ, ਹਾਠੀ ਸਿੰਘ ਜਿੱਧਰ ਜਾਂਦਾ ਸਵਾਰ ਹੋ ਕੇ, ਇਹਦੇ ਨਾਲ ਇਹਦੇ ਰੱਖੇ ਹੋਏ ਜਿਹੜੇ ਸਿਪਾਹੀ ਨੇ ਉਹ ਵੀ ਘੋੜਿਆਂ ਤੇ ਚੜ ਕੇ ਇਹਦੇ ਨਾਲ ਨਾਲ ਹੀ ਜਾਂਦੇ ਨੇ। ਸਭ ਮੈਂ ਨਿਜ ਦਿਖਾਏ ਭਲੀ ਭਾਂਤ, ਸਾਰਿਆਂ ਵਿੱਚ ਆਪਣਾ ਆਪ ਵਿਖਾਉਂਦਾ ਵੀ ਮੈਂ ਵੀ ਕੁਝ ਹਾਂ, ਏਦਾਂ ਵਿਖਾਵਾ ਕਰਦਾ ਹਾਠੀ ਸਿੰਘ। ਫਿਰ ਕਹਿੰਦਾ ਚਾਰੇ ਪਾਸੇ ਮਥੁਰਾ ਦੇ ਗੇੜਾ ਜਿਹਾ ਕੱਢਦਾ, ਤੇ ਗੇੜਾ ਕੱਢ ਕੇ ਆਉਂਦਾ ਤੇ ਆਪਣੇ ਆਪ ਨੂੰ ਜਿਵੇਂ ਗੁਰੂ ਰੂਪ ਵੀ ਮੰਨਣ ਲੱਗ ਪਿਆ ਵੀ ਮੈਂ ਗੁਰੂ ਆ। ਦੂਜਾ ਆਪਣੇ ਆਪ ਨੂੰ ਕਿਸੇ ਰਾਜੇ ਤੋਂ ਘੱਟ ਨਹੀਂ ਜਾਣਦਾ, ਏਦਾਂ ਵਿਚਰਦਾ ਬੜੇ ਹੰਕਾਰ ਵਿੱਚ। ਕਰੇ ਸੈਲ ਕੋ ਚੜੇ ਅਖੇਰੇ, ਕਦੇ ਸ਼ਿਕਾਰ ਤੇ ਚੜ ਕੇ ਜਾਂਦਾ ਦੂਰ ਤਾਈਂ, ਤੇ ਕਦੇ ਸ਼ਿਕਾਰ ਤੋਂ ਬਿਨਾਂ ਹੀ ਸੈਲ ਕਰਨ ਵਾਸਤੇ ਘੋੜਿਆਂ ਤੇ ਬਹਿ ਕੇ ਮਥੁਰਾ ਦੇ ਚਾਰੇ ਪਾਸੇ ਗੇੜੇ ਫੇਰਦਾ। ਧੁੰਦਪ ਬਾਜਤ ਚਲਤੇ ਅਗੇਰੇ, ਨਗਾਰਾ ਰੱਖ ਲਿਆ ਇਹਨੇ ਆਪਣੇ ਨਾਲ, ਜਦੋਂ ਚੜ ਕੇ ਜਾਇਆ ਕਰੇ ਅੱਗੇ ਅੱਗੇ ਦੇ ਨਗਾਰਾ ਵੱਜ ਕੇ ਜਾਂਦਾ। ਉਹ ਨਗਾਰੇ ਤੇ ਚੋਭਾਂ ਲੱਗਦੀਆਂ ਹਨ। ਜਵਾਲਾ ਬਮਣੀ ਸੰਗ ਰਖਾਵੇ, ਔਰ ਆਪਣੇ ਨਾਲ ਕਈ ਬੰਦੂਕਾਂ ਰਖਾ ਲਈਆਂ। ਜਵਾਲਾ ਬਮਣੀ ਦਾ ਮਤਲਬ ਹੁੰਦਾ ਬੰਦੂਕਾਂ। ਕਈ ਜਵਾਲਾ ਬਮਣੀਆਂ ਬੰਦੂਕਾਂ ਜਿਹੜੀਆਂ ਸਨ ਉਹ ਆਪਣੇ ਨਾਲ ਰੱਖ ਲਈਆਂ। ਕਾਨਨ ਕੇ ਪੰਛੀ ਮ੍ਰਿਗ ਕਾਵੇ, ਜਦੋਂ ਵਨ 'ਚ ਜਾਂਦਾ ਤੇ ਸ਼ਿਕਾਰ ਖੇਡਦਾ, ਜੰਗਲ ਵਿੱਚ ਬਹੁਤ ਸਾਰੇ ਪੰਛੀ ਜਿਵੇਂ ਕਿ ਤਿੱਤਰ, ਲਵੇ, ਬਟੇਰੇ, ਉਹਨਾਂ ਨੂੰ ਮਾਰਦਾ। ਇਸੇ ਤਰ੍ਹਾਂ ਹੋਰ ਹਿਰਨ ਜਾਂ ਜਿਹੜੇ ਜੰਗਲੀ ਸੂਰ ਵਗੈਰਾ ਨੇ ਉਹਨਾਂ ਦਾ ਸ਼ਿਕਾਰ ਖੇਡਦਾ, ਪਾੜੇ ਮਾਰਦਾ ਹੈ। ਮਾਤਾ ਪਾਸ ਆਏ ਜੁਗ ਸਮੇਂ, ਔਰ ਸ਼ਿਕਾਰ ਖੇਡ ਕੇ ਆਉਂਦਾ। ਔਰ ਦੋ ਵੇਲੇ ਸਵੇਰੇ ਤੇ ਸ਼ਾਮ, ਦੋ ਵੇਲੇ ਮਾਤਾ ਜੀ ਦੇ ਚਰਨਾਂ 'ਚ ਜਾ ਕੇ ਰੋਜ਼ ਹਾਜ਼ਰੀ ਭਰਦਾ ਹਾਠੀ ਸਿੰਘ। ਸਵੇਰੇ ਵੀ ਜਾ ਕੇ ਪਹਿਲਾਂ ਮਾਤਾ ਜੀ ਨੂੰ ਮੱਥਾ ਟੇਕਣਾ, ਕੁਝ ਸਮਾਂ ਬਹਿੰਦਾ, ਫਿਰ ਸ਼ਾਮ ਨੂੰ ਮਾਤਾ ਜੀ ਕੋਲ ਆ ਕੇ ਬੈਠਦਾ। ਬੈਠੇ ਨਿਕਟ ਬੰਦ ਕਰ ਨਮੈ, ਹੱਥ ਜੋੜ ਕੇ ਬੜੇ ਸਤਿਕਾਰ ਨਾਲ ਮਾਤਾ ਜੀ ਨੂੰ ਨਮਸਕਾਰ ਕਰਦਾ। ਕਹਿ ਕਹਿ ਸਿੱਖਿਆ ਦੇਤ ਕਨੇਰੀ, ਮਾਤਾ ਜੀ ਨੇ ਇਹਦੇ ਤੌਰ ਤਰੀਕੇ ਵੇਖਣੇ ਸ਼ੁਰੂ ਕੀਤੇ ਵੀ ਪਿਓ ਵਾਂਗੂ ਆਦਤਾਂ ਇਹਦੀਆਂ ਪ੍ਰਗਟ ਹੋਣ ਲੱਗ ਪਈਆਂ। ਤੋ ਮਾਤਾ ਜੀ ਇਹਨੂੰ ਸਮਝਾਉਂਦੇ ਆ ਕੋਲ ਬਿਠਾ ਕੇ, ਪੁੱਤਰ ਹਾਠੀ ਸਿੰਘ, ਗੁਰੂ ਕੀ ਮੱਤ ਦੇ ਪਹਿਰੇ ਵਿੱਚ ਰਹਿਣਾ। ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਮਰਿਆਦਾ ਹੈ ਉਸ ਮਰਿਆਦਾ ਵਿੱਚ ਰਹਿਣਾ। ਮਾਤਾ ਜੀ ਇਦਾਂ ਸਿੱਖਿਆ ਦਿੰਦੇ ਨੇ। ਨਿਜ ਪਿਤ ਦਸ਼ਾ ਬਿਲੋਚਨ ਹੇਰੀ, ਪੁੱਤਰ ਆਪਣੇ ਪਿਓ ਦੀ ਦਸ਼ਾ ਤੂੰ ਵੇਖੀ ਆ ਨਾ ਵੀ ਕੀ ਹੋਈ ਸੀ।
ਅਜੀਤ ਸਿੰਘ ਨੇ ਕਿਹੋ ਜਿਹੇ ਕੰਮ ਕੀਤੇ, ਉਹਨੂੰ ਕਿੰਨਾ ਦੰਡ ਮਿਲਿਆ, ਕਿੰਨੀ ਸਜ਼ਾ ਮਿਲੀ, ਕਿਵੇਂ ਉਹਨੂੰ ਮਾਰਿਆ ਗਿਆ। ਤੇਰੇ ਪਿਤਾ ਦੀ ਦਸ਼ਾ ਤੂੰ ਆਪਣੇ ਅੱਖੀਂ ਵੇਖੀ ਐ। ਗੁਰ ਪ੍ਰਤਾਪ ਤੇ ਕਮੀ ਨਾ ਕਾਈ। ਇਹ ਗੁਰੂ ਸਾਹਿਬ ਦਾ ਘਰ ਹੈ, ਗੁਰੂ ਸਾਹਿਬ ਦੇ ਪ੍ਰਤਾਪ ਨਾਲ ਇੱਥੇ ਕਮੀ ਕੋਈ ਨਹੀਂ ਕਿਸੇ ਚੀਜ਼ ਦੀ, ਇੱਥੇ ਕੋਈ ਕਮੀ ਨਹੀਂ ਹੈ। ਆਏ ਪਦਾਰਥ ਨਿਤ ਸਮੁਦਾਈ। ਇੱਥੇ ਰੋਜ਼ ਪਦਾਰਥ ਆਉਂਦੇ ਆ, ਬੇਅੰਤ ਸੰਗਤਾਂ ਆਉਂਦੀਆਂ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਅਧਿਕ ਪੜਾਵੇਂ ਸ੍ਰੀ ਗੁਰਬਾਣੀ। ਤੇ ਬੱਚੇ ਇਹਨੂੰ ਸੰਜਮ ਨਾਲ ਵਰਤਿਓ, ਇਹਨੂੰ ਮਰਿਆਦਾ ਸਹਿਤ ਵਰਤੀ, ਏਦਾਂ ਬੇਫਜ਼ੂਲ ਨਾ ਇਹਨੂੰ ਵਰਤੀ। ਤੋ ਮਾਤਾ ਜੀ ਇਹਨੂੰ ਗੁਰਬਾਣੀ ਪੜਾਉਂਦੇ, ਕਹਿ ਕੇ ਨਾ ਹਠੀ ਸਿੰਘਾ ਬਾਣੀ ਪੜਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਬਕਾਇਦਾ ਇਹਨੂੰ ਸੰਥਿਆ ਕਰਾਈ ਗੁਰਬਾਣੀ ਦੀ। ਤੋ ਮਾਤਾ ਜੀ ਇਹਨੂੰ ਕਹਿ ਕੇ ਗੁਰਬਾਣੀ ਪੜਾਉਂਦੇ ਹਨ। ਮਹਿਮਾ ਕੋ ਜਨਾਏ ਮਈਆਣੀ। ਔਰ ਗੁਰੂ ਘਰ ਦੀ ਜਿਹੜੀ ਵੱਡੀ ਭਾਰੀ ਮਹਿਮਾ ਹੈ ਉਹ ਮਾਤਾ ਜੀ ਇਹਨੂੰ ਜਣਾਉਂਦੇ ਕਿ ਸਤਿਗੁਰਾਂ ਦਾ ਦਰ ਘਰ ਹੈ, ਇੱਥੇ ਨਿਮਰਤਾ ਤੇ ਹਲੀਮੀ ਵਾਲਿਆਂ ਨੂੰ ਬਰਕਤਾਂ ਮਿਲਦੀਆਂ, ਹੰਕਾਰ ਤੇ ਹੈਂਕੜ ਵਾਲੇ ਖਾਲੀ ਰਹਿ ਜਾਂਦੇ ਨੇ ਇੱਥੇ। ਏਦਾਂ ਮਾਤਾ ਜੀ ਗੁਰਬਾਣੀ ਪੜਾਉਂਦੇ ਆ ਇਹਨੂੰ, ਤੇ ਗੁਰਬਾਣੀ ਦੁਆਰਾ ਗੁਰੂ ਘਰ ਦੀ ਮਹਿਮਾ ਦੱਸਦੇ ਹਨ। ਆਰ ਬਲਾ ਖੋੜਸ ਬਰਖਨ ਕੀ। ਉਮਰਾਂ ਚਲਦਿਆਂ 16 ਸਾਲ ਦੀ ਹੋ ਗਈ ਇਹਦੀ। ਹਠੀ ਸਿੰਘ 16 ਸਾਲਾਂ ਦਾ ਹੋ ਗਿਆ। ਖੋੜਸ ਦਾ ਮਤਲਬ ਹੁੰਦਾ 16-17 ਵਰਿਆਂ ਦੇ ਵਿੱਚ ਇਹਦੀ ਉਮਰ ਹੋ ਗਈ। ਤਰਨ ਅਵਸਥਾ ਤਨ ਕੀ ਦਮ ਕੀ। ਸਰੀਰ ਦੀ ਅਵਸਥਾ ਜਵਾਨ ਹੋ ਗਿਆ। 16-17 ਸਾਲਾਂ ਦੇ ਪੁਰਾਣੇ ਬੱਚੇ ਚੰਗੇ ਬਲੀ ਹੋ ਜਾਂਦੇ ਸਨ ਸਰੀਰਾਂ ਕਰਕੇ। ਤੋ ਇਹਦਾ ਤਨ ਜਿਹੜਾ ਸੀ ਉਹ, ਕਿਉਂਕਿ ਖੁਰਾਕ ਵਧੀਆ ਸੀ ਗੁਰੂ ਘਰ ਵਿੱਚ, ਕਮੀ ਕੋਈ ਨਹੀਂ ਸੀ ਕਿਸੇ ਸ਼ੈ ਦੀ, ਤਨ ਇਹਦਾ ਚੰਗਾ ਬਲੀ ਹੋ ਕੇ ਚਮਕਿਆ ਤੇ ਅਵਸਥਾ ਜਵਾਨ ਹੋਈ। ਤੇ ਆਮ ਕਰਕੇ 16-17 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਨਾ, ਇਹ ਉਮਰ ਬੜੀ ਫਿਸਲਣਬਾਜ਼ੀ ਜੀ ਵਾਲੀ ਹੋ ਸਕਦੀ ਹੈ। ਜਦੋਂ 16-17 ਸਾਲ ਤੋਂ ਲੈ ਕੇ 20, 21, 22, 23, 22 ਸਾਲ ਦੀ ਉਮਰ ਤਾਈਂ ਕਹਿ ਲਈਏ, ਇਸ ਉਮਰ ਦੇ ਵਿੱਚ ਕਈ ਵਾਰੀ ਬਹੁਤ ਸਾਰੇ ਬੱਚੇ ਉਹ ਜਿਹੜੇ ਆਪਣੇ ਰਾਹ ਤੋਂ ਮਾਰਗ ਤੋਂ ਭਟਕ ਜਾਂਦੇ। ਬਾਹਰ ਵੀ ਵਿਦੇਸ਼ਾਂ ਵਿੱਚ ਵੱਡੀ ਸਮੱਸਿਆ ਉਦੋਂ ਹੁੰਦੀ ਹੈ, 10ਵੀਂ ਤੱਕ ਤਾਂ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਰਹਿੰਦੇ ਆ 15-16 ਸਾਲ ਦੀ ਉਮਰ ਤਾਈਂ। ਜਦੋਂ 10ਵੀਂ ਤੋਂ ਬਾਅਦ ਅੱਗੇ ਉਹਨਾਂ ਨੂੰ ਯੂਨੀਵਰਸਿਟੀਆਂ ਕਾਲਜਾਂ ਵਿੱਚ ਭੇਜਦੇ ਆ, ਉੱਥੇ ਜਾ ਕੇ ਫਿਰ ਉਹਨਾਂ ਵਿੱਚ ਵਿਗਾੜ ਪੈਣਾ ਸ਼ੁਰੂ ਹੋ ਜਾਂਦਾ। ਮਾਤਾ ਪਿਤਾ ਦੇ ਕਹਿਣੇ ਤੋਂ ਆਗਿਆ ਤੋਂ ਫਿਰ ਉਹ ਬਾਹਰ ਚੱਲਣ ਲੱਗ ਪੈਂਦੇ ਆ। ਤੋ ਕੋਈ ਜਿਹੜਾ ਗੁਰੂ ਕੀ ਮੱਤ ਦੇ ਸੰਚੇ ਦੇ ਵਿੱਚ ਆਪਣੀ ਇਸ ਅਵਸਥਾ ਨੂੰ ਢਾਲ ਲਵੇ ਤਾਂ ਆਪਣੇ ਉਸ ਸਮੇਂ ਨੂੰ ਸਫਲਿਆ ਬਣਾ ਕੇ ਉਹ ਆਪਣੀ ਜ਼ਿੰਦਗੀ ਨੂੰ ਸਾਰੂ ਕਰ ਲੈਂਦੇ ਆ ਬੱਚੇ। ਤੇ ਜਿਹੜੇ ਭੈੜਿਆਂ ਰਾਹਾਂ ਤੇ ਚੱਲ ਪੈਣ ਉਹ ਵਿਗਾੜ ਵੀ ਲੈਂਦੇ ਆ। ਤੋ ਇਸ ਉਮਰ ਦੇ ਵਿੱਚ ਬਹੁਤ ਜ਼ਿਆਦਾ ਸੰਭਲਣ ਦੀ ਲੋੜ ਹੁੰਦੀ। ਤੋ ਮਾਤਾ ਜੀ ਨੂੰ ਬਾਰ-ਬਾਰ ਕੋਲ ਬੁਲਾ ਕੇ ਸਮਝਾਉਂਦੇ। 16-17 ਸਾਲ ਦੀ ਉਮਰੇ ਨੂੰ ਗੁਰਬਾਣੀ ਪੜ੍ਹਨ ਲਾਉਂਦੇ ਕਿ ਬੇਟਾ ਗੁਰਬਾਣੀ ਪੜ੍ਹਿਆ ਕਰ। ਪਰ ਉਹ ਜਿਹੜੇ ਇਹਦੇ ਨਾਲ ਦੇ ਸਾਥੀ ਸਨ, ਸੰਗਤ ਸੀ, ਉਹ ਅਜੀਤ ਸਿੰਘ ਦੇ ਵੀ ਕੁਝ ਨਾਲ ਰਹੇ ਸਨ, ਉਹ ਅੱਗੇ ਇਹਦੇ ਵੀ ਨਾਲ ਆ ਰਲੇ ਨੇ। ਉਹ ਅਜੀਤ ਸਿੰਘ ਦੀਆਂ ਜਿਹੜੀਆਂ ਸਾਰੀਆਂ ਹਰਕਤਾਂ ਇਹਨੂੰ ਸੁਣਾਉਂਦੇ, ਸੁਣ ਕੇ ਉਦਾਂ ਹੀ ਇਹ ਕਰਨ ਲੱਗ ਪਿਆ। ਮਾਤਾ ਜੀ ਗੁਰੂ ਘਰ ਦੀ ਮਹਿਮਾ ਸੁਣਾਉਂਦੇ, ਉਧਰ ਸੁਣੀ ਅਣਸੁਣੀ ਕਰਨ ਲੱਗ ਪਿਆ। ਜਾਂ ਇਦਾਂ ਕਹਿ ਸਕਦੇ ਆ ਵੀ ਕਰਮ ਹੀ ਮਾੜੇ ਸਨ। ਕਈ ਵਾਰੀ ਚਿੱਚੜ ਜਿਹੜਾ ਹੁੰਦਾ ਉਹ ਥਣਾ ਦੇ ਕੋਲ ਹੋ ਕੇ ਵੀ ਲਹੂ ਭਖਦਾ, ਤੇ ਜਿਹਨੇ ਦੁੱਧ ਭਖਣਾ ਹੁੰਦਾ ਉਹ ਦੁੱਧ ਲੈ ਲੈਂਦਾ। ਕਮਲ ਦੇ ਫੁੱਲ ਦੇ ਕੋਲ ਡੱਡੂ ਰਹਿੰਦਾ ਹੈ, ਪਰ ਉਹ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ। ਜਿਹੜਾ ਭਵਰਾ ਉਹ ਦੂਰੋਂ ਉੱਡ ਕੇ ਆਉਂਦਾ, ਉਹਦਾ ਰਸ ਮਾਣ ਲੈਂਦਾ। ਤੋ ਇਹਦੀ ਬਿਰਤੀ ਵੀ ਤਕਰੀਬਨ ਇਦਾਂ ਹੀ ਕਹਿ ਸਕਦੇ ਆ। ਮਾਤਾ ਜੀ ਕੋਲ ਰਹਿ ਕੇ ਵੀ ਗੁਰਸਿੱਖੀ ਨਹੀਂ ਸਿੱਖ ਸਕਿਆ ਇਹਨੇ, ਕਿਉਂਕਿ ਇਹਦੇ ਅੰਦਰ ਇਹ ਬਿਰਤੀ ਆ ਗਈ ਵੀ ਗੁਰੂ ਬਣ ਕੇ ਬੜੀ ਪੂਜਾ ਹੁੰਦੀ। ਜਿਵੇਂ ਪ੍ਰਿਥੀ ਚੰਦ ਹੋਣਾ ਦੀ ਸੋਚ ਸੀ, ਜਿਵੇਂ ਧੀਰਮਲ ਦੀ ਸੋਚ ਸੀ ਨਾ, ਵੀ ਮੈਂ ਗੁਰੂ, ਇਹ ਸਮਝਦੇ ਸੀ ਵੀ ਜਿਹੜੀ ਇਹ ਗੁਰਿਆਈ ਹੁੰਦੀ ਹੈ ਨਾ, ਇਹ ਐਸ਼ੋ ਪ੍ਰਸਤੀ ਦਾ ਸਾਧਨ ਹੁੰਦੀ ਹੈ, ਵੀ ਚੰਗੀ ਮਾਇਆ ਆਉਂਦੀ ਆ, ਵਧੀਆ ਪੂਜਾ ਮਾਣ ਸਤਕਾਰ ਹੁੰਦਾ, ਤੇ ਉਹ ਇਹੀ ਕੁਝ ਸਮਝਦੇ ਸਨ। ਪਰ ਇਹਦੇ ਨਾਲ ਜਿਹੜੀਆਂ ਜੁੜੀਆਂ ਜ਼ਿੰਮੇਵਾਰੀਆਂ ਵੀ ਆਏ ਹੋਏ ਗੁਰਸਿੱਖਾਂ ਦੀ ਅਧਿਆਤਮਿਕ ਜਗਤ ਵਿੱਚ ਤਸੱਲੀ ਹੋਵੇ, ਉਹਨਾਂ ਦੇ ਸ਼ੰਕਿਆਂ ਦਾ ਨਿਵਾਰਨ ਹੋਵੇ, ਉਹਨਾਂ ਨੂੰ ਆਤਮ ਗਿਆਨ ਦੀ ਸੋਝੀ ਹੋਵੇ, ਜੀਵਨ ਜਾਚ ਪ੍ਰਾਪਤ ਹੋਵੇ, ਉਹਦੀ ਸੋਝੀ ਇਹਨਾਂ ਨੂੰ ਆਪ ਹੀ ਨਹੀਂ ਸੀ। ਪਰ ਇਹਨਾਂ ਨੂੰ ਕੇਵਲ ਇੱਕ ਇਹੀ ਨਜ਼ਰ ਆਉਂਦਾ ਸੀ ਵੀ ਪੂਜਾ ਹੁੰਦੀ ਆ, ਮੱਥਾ ਟੇਕਦੇ ਨੇ, ਵਾਹ ਵਾਹ ਹੁੰਦੀ ਹੈ, ਤੇ ਇਹਦੇ ਵਰਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ।
ਇਸੇ ਬਿਰਤੀ ਨੂੰ ਲੈ ਕੇ ਧੀਰ ਮੱਲੀਏ ਬਿਰਤੀ ਵਾਲੇ ਜਾਂ ਇਹਦੀ ਬਿਰਤੀ ਵਾਲੇ ਬੜੇ ਲੋਕ ਜਿਹੜੇ ਬਾਅਦ ਵਿੱਚ ਵੀ ਪਖੰਡੀ ਦੇਹ ਧਾਰੀ ਗੁਰੂ ਬਣ ਕੇ ਆਪਣੀ ਪੂਜਾ ਕਰਾਉਣ ਲੱਗ ਪਏ, ਹੁਣ ਵੀ ਹੈਣ, ਇਹ ਰਹਿਣਗੇ। ਸੰਸਾਰ ਹੈ, ਇਹ ਪਖੰਡ ਇਹ ਸੰਸਾਰ ਦੇ ਵਿੱਚ ਰਹਿਣਾ ਹੀ ਰਹਿਣਾ, ਇਹਦੇ 'ਚ ਸੱਚ ਵੀ ਰਹਿਣਾ ਤੇ ਪਖੰਡ ਵੀ ਰਹਿਣਾ। ਚੋਣ ਕਰਨ ਵਾਲੇ ਨੇ ਚੁਣਨਾ ਕਿ ਉਹਨੇ ਪਖੰਡ ਵਾਲੇ ਪਾਸੇ ਜਾਣਾ ਕਿ ਸੱਚ ਵਾਲੇ ਪਾਸੇ ਜਾਣਾ। ਇਹ ਤਾਂ ਜਿਹਨੇ ਚੋਣ ਕਰਨੀ ਆ ਉਹਨੂੰ ਵੇਖਣਾ ਪਵੇਗਾ। ਤੋ ਹਾਠੀ ਸਿੰਘ ਨੂੰ ਮਾਤਾ ਜੀ ਸਮਝਾਉਂਦੇ ਆ, 16-17 ਸਾਲ ਦੀ ਉਮਰ ਹੋ ਗਈ, ਸਰੀਰ ਭਰ ਜਵਾਨੀ ਦੀ ਅਵਸਥਾ ਵਿੱਚ ਆ ਗਿਆ, ਜਵਾਨੀ ਦਮਕਣ ਲੱਗੀ। कब कब दिल्ली के सिख जाए, ਉਧਰੋਂ ਕਦੇ ਕਦੇ ਦਿੱਲੀ ਦੇ ਸਿੱਖ ਵੀ ਜਿਹੜੇ ਨੇ ਉਹ ਚੱਲ ਕੇ ਆਉਂਦੇ ਨੇ। माता को माने पर पाए, ਉਹ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਮਾਤਾ ਜੀ ਨੂੰ ਪ੍ਰਣਾਮ ਕਰਦੇ ਨੇ। गुरु देवरे की बोगाथा, ਜਦੋਂ ਦਿੱਲੀ ਵਿੱਚ ਬੇਨਵਿਆਂ ਨੇ ਗੁਰਦੁਆਰਾ ਢਾਇਆ, ਰਕਾਬਗੰਜ ਸਾਹਿਬ ਦੀ ਇਮਾਰਤ ਢਾਈ, ਉਹਦੀ ਜਗ੍ਹਾ ਤੇ ਮਸੀਤ ਬਣਾ ਦਿੱਤੀ ਤੇ ਦਿੱਲੀ ਦੀ ਸੰਗਤ ਮਾਤਾ ਜੀ ਦੇ ਕੋਲ ਆਈ। ਉੱਥੇ ਬੇਨਵੇ ਕੀ ਕਰਦੇ ਨੇ, ਕਿਵੇਂ ਵਿਚਰਦੇ ਨੇ, ਉਹ ਆ ਕੇ ਮਾਤਾ ਜੀ ਨੂੰ ਸੰਗਤ ਨੇ ਦੱਸਿਆ। करे सुनावन दुख के साथा, ਸੰਗਤ ਬੜੀ ਦੁਖੀ, ਹੁਣ ਜ਼ੋਰ ਨਹੀਂ ਸੀ ਉਹਨਾਂ ਤੇ, ਮੁਸਲਮਾਨਾਂ ਦਾ ਰਾਜ ਸੀ, ਕਿਵੇਂ ਬੇਨਵਿਆਂ ਨੂੰ ਕੱਢਦੇ ਉੱਥੋਂ, ਕਿਵੇਂ ਉਹਨਾਂ ਨੂੰ ਧੱਕ ਕੇ ਗੁਰੂ ਸਾਹਿਬ ਦਾ ਅਸਥਾਨ ਉਹ ਆਜ਼ਾਦ ਕਰਾਉਂਦੇ, ਰਾਜ ਉਹਨਾਂ ਦਾ ਸੀ। ਸੰਗਤ ਬੇਵੱਸ ਸੀ, ਬੜੇ ਦੁਖੀ ਮਨ ਦੇ ਨਾਲ, ਭਰੇ ਹੋਏ ਮਨ ਦੇ ਨਾਲ ਉਹ ਸੰਗਤ ਆ ਕੇ ਮਾਤਾ ਜੀ ਨੂੰ ਸੁਣਾਉਂਦੀ ਹੈ। बड़ो कुकाज बेनवे करेओ, ਕਹਿਣ ਲੱਗੇ ਮਾਤਾ ਜੀ ਉਹਨਾਂ ਬੇਨਵਿਆਂ ਨੇ ਬੜਾ ਕੋਝਾ ਕੰਮ ਕੀਤਾ, ਬੜਾ ਮਾੜਾ ਕਰਮ ਕੀਤਾ। थल ढाहन लग मत सर भरेओ, ਇੰਨੀ ਈਰਖਾ ਨਾਲ ਭਰ ਗਏ ਨੇ ਉਹ ਸੰਗਤ ਨਾਲ ਕਿ ਉਹਨਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਮਹਾਨ ਪਵਿੱਤਰ ਸਥਾਨ ਦਿਉਰਾ ਵੀ ਢਾ ਦਿੱਤਾ। आप दराज मसीत चिनाई, ਔਰ ਉੱਥੇ ਉਹਨਾਂ ਨੇ ਆਪ ਆਪਣੀ ਇੱਕ ਵੱਡੀ ਮਸੀਤ ਦੀ ਉਸਾਰੀ ਕਰਾ ਲਈ ਹੈ। जिसको लगियो दरब समुदाई, ਔਰ ਉਹਦੇ ਤੇ ਬੇਨਵੇ ਫਕੀਰਾਂ ਨੇ ਬੜਾ ਪੈਸਾ ਖਰਚਿਆ, ਵੱਡੀ ਮਸੀਤ ਬਣਾ ਕੇ, ਆਪਣਾ ਸਰਕਾਰੀ ਪੈਸਾ ਬਾਦਸ਼ਾਹ ਨੇ ਵੀ ਦਿੱਤਾ, ਔਰ ਉਹਦੇ ਤੇ ਚੰਗਾ ਧਨ ਖਰਚ ਕੇ ਵੱਡੀ ਮਸੀਤ ਬਣਾ ਲਈ ਆ ਬੇਨਵਿਆਂ ਨੇ। श्री गुरु गोबिंद सिंह बनायो, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕਿਉਂਕਿ ਉਹ ਜਗ੍ਹਾ ਲੱਖੀ ਸ਼ਾਹ ਬਣਜਾਰੇ ਦੀ ਸੀ, ਉਹ ਗੁਰੂ ਘਰ ਦੀ ਜਗ੍ਹਾ ਸੀ, ਤੇ 10ਵੇਂ ਪਾਤਸ਼ਾਹ ਜੀ ਨੇ ਉੱਥੇ ਅਸਥਾਨ ਬਣਾਇਆ ਸੀ, ਦਿਉਰਾ ਬਣਵਾਇਆ ਸੀ। दे आयस तन गन लगवायो, ਮਾਇਆ ਦੇ ਗੱਫੇ ਮਹਾਰਾਜ ਜੀ ਨੇ ਆਪ ਵੀ ਦਿੱਤੇ, ਸੰਗਤ ਕੋਲੋਂ ਵੀ ਉੱਥੇ ਮਾਇਆ ਦੀ ਸੇਵਾ ਕਰਵਾ ਕੇ ਸੋਹਣਾ ਦਿਉਰਾ ਨੌਵੇਂ ਪਾਤਸ਼ਾਹ ਦੀ ਯਾਦ ਵਿੱਚ ਬਣਵਾਇਆ ਸੀ। को जाने अब गुरु स्थान, ਮਾਤਾ ਜੀ ਉਹਨਾਂ ਬੇਨਵਿਆਂ ਨੇ ਢਾ ਕੇ ਮਸੀਤ ਬਣਾ ਦਿੱਤੀ। ਹੁਣ ਕੌਣ ਜਾਣੇ ਕਿ ਉਸ ਜਗ੍ਹਾ ਤੇ ਦੁਬਾਰਾ ਹੁਣ ਗੁਰੂ ਘਰ ਬਣੇਗਾ ਕਿ ਨਹੀਂ ਹੋਵੇਗਾ। ਹੁਣ ਇਹ ਕੌਣ ਜਾਣੇ ਕਿ ਦੁਬਾਰਾ ਉੱਥੇ ਮਹਾਰਾਜ ਜੀ ਦੀ ਯਾਦ ਬਣੇਗੀ ਕਿ ਨਹੀਂ। बने के नहीं सो प्रथम समान, ਜਿਵੇਂ ਪਹਿਲਾਂ ਮਹਾਰਾਜ ਜੀ ਨੇ ਬਣਵਾਈ ਸੀ 10ਵੇਂ ਪਾਤਸ਼ਾਹ ਨੇ, ਜੇ ਉਦਾਂ ਦੀ ਬਣੇਗੀ ਕਿ ਨਹੀਂ ਬਣੇਗੀ। ਪਹਿਲਾਂ ਦਰਬਾਰ ਬਣਿਆ ਬੜਾ ਸੋਹਣਾ ਸੀ, ਉਹਦਾ ਨਕਸ਼ਾ ਮੇਰੇ 10ਵੇਂ ਗੁਰਦੇਵ ਨੇ ਆਪ ਕਿਹਾ ਸੀ, ਏਦਾਂ ਬਣਾਓ, 10ਵੇਂ ਪਾਤਸ਼ਾਹ ਨੇ ਵੀ ਏਦਾਂ ਬਣਾਓ, ਤੇ ਉਦਾਂ ਦਾ ਹੁਣ ਦੁਬਾਰਾ ਬਣੇ ਕਿ ਨਾ ਬਣੇ। महा अचरज करेओ मत मंदे, ਮਾੜੀ ਮੱਤ ਵਾਲੇ ਉਹਨਾਂ ਬੇਨਵਿਆਂ ਨੇ ਬੜਾ ਇਹ ਮਾੜਾ ਤੇ ਕੋਝਾ ਕੰਮ ਕੀਤਾ। सिख बेबस पे बस न चलंदे, ਮਾਤਾ ਜੀ ਸਿੱਖ ਸਾਰੇ ਬੇਵਸ ਨੇ, ਉਹਨਾਂ ਦਾ ਕੋਈ ਵਸ ਨਹੀਂ ਪਿਆ ਚੱਲਦਾ। सुन कै मात सुंदरी कहे, ਸੁਣ ਕੇ ਅੱਗੋਂ ਮਾਤਾ ਸੁੰਦਰੀ ਜੀ ਬੋਲੇ। श्री गुर अस्ति तहां अब रहे, ਮਾਤਾ ਜੀ ਕਹਿਣ ਲੱਗੇ ਸੰਗਤ ਜੀ ਫਿਕਰ ਨਾ ਕਰੋ, ਗੁਰੂ ਸਾਹਿਬ ਦਾ ਸਥਾਨ ਆਪੇ ਪ੍ਰਗਟ ਹੋਵੇਗਾ, ਕਿਉਂਕਿ ਨੌਵੇਂ ਪਾਤਸ਼ਾਹ ਦੇ ਪਾਵਨ ਸਰੀਰ ਦੀਆਂ ਜਿਹੜੀਆਂ ਅਸਥੀ ਜਾਂ ਉੱਥੇ ਅੰਗੀਠੇ ਦੀ ਸਵਾਹ ਸੀ ਨਾ, ਉਹ ਗਾਗਰ ਚ ਪਾ ਕੇ ਉਸੇ ਜਗ੍ਹਾ ਤੇ ਦੱਬ ਕੇ ਉੱਥੇ ਦਰਬਾਰ ਬਣਾ ਦਿੱਤਾ ਸੀ। ਮਾਤਾ ਜੀ ਕਹਿੰਦੇ ਉਹ ਤਾਂ ਉੱਥੇ ਹੀ ਹੈ ਨਾ, ਮਸੀਤ ਉਹਨਾਂ ਨੇ ਉੱਤੇ ਬਣਾ ਲਈ ਹੋਵੇਗੀ, ਪਰ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅੰਗੀਠੇ ਨੂੰ ਜੋ ਇੱਕ ਗਾਗਰ ਵਿੱਚ ਪਾ ਕੇ ਉੱਥੇ ਥੱਲੇ ਦੱਬਿਆ ਹੋਇਆ, ਉਹ ਉਸੇ ਜਗ੍ਹਾ ਤੇ ਰਹੇਗੀ। गार्डन करे बहुत ही नीवे, ਉਹ ਬੜੀ ਡੂੰਘਾਈ ਵਿੱਚ ਗੱਡੀ, ਮਾਤਾ ਜੀ ਨੂੰ ਪਤਾ ਸੀ ਨਾ, ਕਿਉਂਕਿ ਮਾਤਾ ਜੀ ਦੇ ਹੁੰਦਿਆਂ ਸੇਵਾ ਹੋਈ ਸੀ ਉੱਥੇ। ਤੋ ਮਾਤਾ ਜੀ ਕਹਿੰਦੇ ਉਹ ਜਿਹੜੀ ਗਾਗਰ ਹੈ ਨਾ,
ਉਹ ਬੜੀ ਡੂੰਘਾਈ 'ਚ ਥੱਲੇ ਗੱਡੀ ਹੋਈ ਆ, ਇਹਨਾਂ ਨੂੰ ਮਿਲਣੀ ਨਹੀਂ ਆ ਉੱਪਰ, ਇਹਨਾਂ ਨੇ ਮਸੀਤ ਬਣਾ ਲਈ ਹੋਵੇਗੀ, ਪਰ ਉਹ ਗਾਗਰ ਬੜੀ ਨੀਵੀਂ ਤੇ ਡੂੰਘੀ ਹੈ। ਤਿੰਨ ਤੇ ਪੁਨ ਸਤਗੁਰ ਥਲ ਥੀਵੇ। ਉਸੇ ਜਗ੍ਹਾ ਤੋਂ ਸਤਿਗੁਰਾਂ ਦਾ ਸਥਾਨ ਜਿਹੜਾ ਆਉਣ ਵਾਲੇ ਸਮੇਂ 'ਚ ਪ੍ਰਗਟ ਹੋ ਜਾਏਗਾ। ਪੰਥ ਖਾਲਸਾ ਬਿਦ ਤੇ ਜਬੇ। ਜਦੋਂ ਗੁਰੂ ਕਾ ਖਾਲਸਾ ਪੰਥ ਵਿਦਤ ਹੋਵੇਗਾ, ਪ੍ਰਗਟ ਹੋਵੇਗਾ, ਇੱਕ ਸਰਦਾਰ ਆਏ ਪੁਨ ਤਬੇ। ਉਦੋਂ ਪੰਥ ਦਾ ਇੱਕ ਸਰਦਾਰ ਆਵੇਗਾ, ਜਥੇਦਾਰ ਬਘੇਲ ਸਿੰਘ, ਇਸ਼ਾਰਾ ਉਹਦੇ ਵੱਲ ਹੈ। ਉਹ ਇੱਕ ਸਰਦਾਰ ਆਵੇਗਾ ਪੰਥ ਦਾ ਇਸ ਦਿੱਲੀ ਨਗਰ ਵਿੱਚ। ਸੋ ਤੁਰਕੇਸ਼ਰ ਤੇ ਕਹਿ ਵਾਏ। ਉਹ ਤੁਰਕ ਦੇ ਉਹ ਜਿਹੜਾ ਬਾਦਸ਼ਾਹ, ਹੁਣ ਬਾਦਸ਼ਾਹ ਦੇ ਕਹਿਣ ਤੇ ਉੱਥੇ ਢਾਹ ਕੇ ਗੁਰੂ ਘਰ ਮਸੀਤ ਬਣਾਈ ਹੈ ਨਾ, ਜਦੋਂ ਉਹ ਸਰਦਾਰ ਆਏਗਾ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਹੋਵੇਗਾ ਉਹਦੇ ਕੋਲੋਂ ਕਹਿ ਕੇ ਮਸੀਤ ਢਵਾ ਕੇ ਉੱਥੇ ਆਪ ਗੁਰੂ ਘਰ ਬਣਵਾਏਗਾ। ਇਹ ਬਚਨ ਮਾਤਾ ਜੀ ਦਾ ਸੱਚ ਹੋਇਆ। ਜਥੇਦਾਰ ਬਘੇਲ ਸਿੰਘ ਸਾਹਿਬ ਅੱਗੇ ਪੰਥ ਪ੍ਰਕਾਸ਼ ਜਿਹੜਾ ਆਪਾਂ ਕਥਾ ਆਰੰਭ ਕਰਨੀ ਹੈ ਨਾ, ਉਹਦੇ ਵਿੱਚ ਇਹ ਪ੍ਰਸੰਗ ਆਉਣੇ ਨੇ ਸਾਰੇ ਵਿਸਥਾਰ ਸਹਿਤ। ਤੋ ਜਥੇਦਾਰ ਬਘੇਲ ਸਿੰਘ ਜੀ ਨੇ ਰਕਾਬਗੰਜ, ਇਹ ਰਾਤੋਂ ਰਾਤ ਹੀ ਸਾਰੇ ਕਾਜੀ ਮੌਲਵੀਆਂ ਦੀ ਚਿੱਠੀ ਲਿਖਾ ਕੇ ਨਾ ਉਹਦਾ ਆਖਿਆ ਜੀ ਹਾਂ ਇੱਥੇ ਸਾਡੀ ਇਹ ਮਸੀਤ ਢਾਣ ਦੀ ਆਗਿਆ। ਬਾਦਸ਼ਾਹ ਨੂੰ ਕਿਹਾ ਕਰ ਹੁਕਮ। ਉਹ ਕਹਿੰਦਾ ਜੇ ਸਾਰੇ ਕਾਜ਼ੀਆਂ ਨੇ ਲਿਖ ਕੇ ਦੇ ਦਿੱਤਾ, ਸਮਰੂ ਬੇਗਮ ਸੀ ਉਦੋਂ, ਕਹਿੰਦੇ ਢਾ ਦਿਓ। ਫਿਰ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ, ਬੰਗਲਾ ਸਾਹਿਬ, ਬਾਲਾ ਸਾਹਿਬ, ਮਾਤਾ ਜੀ ਦਾ ਜਿਹੜਾ ਸਥਾਨ ਨਾਨਕ ਪਿਆ, ਉਹਨਾਂ ਸਾਰੇ ਸਥਾਨਾਂ ਦੀ ਜਿਹੜੀ ਸੇਵਾ ਹੈ ਉਹ ਜਥੇਦਾਰ ਬਘੇਲ ਸਿੰਘ ਹੋਣਾ ਨੇ 7 ਨਿਸ਼ਾਨ ਸਾਹਿਬ ਜਿਹੜੇ ਨੇ ਗੁਰੂ ਘਰਾਂ ਦੇ ਉਹ ਦਿੱਲੀ ਵਿਖੇ ਚੁਲਾਏ। ਔਰ ਦਿੱਲੀ ਦੇ ਲਾਲ ਤਖਤ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚੁਲਾ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਹਾਂ। ਤੋ ਅੱਗੇ ਜਿਵੇਂ ਮਾਤਾ ਜੀ ਦੇ ਨਾਲ ਵਾਰਤਾਲਾਪ ਹੋ ਰਹੀ ਹੈ, ਮਾਤਾ ਜੀ ਜਿਵੇਂ ਦੱਸ ਰਹੇ ਨੇ ਬਚਨ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਧ ਸੰਗਤ ਜੀ ਬੇਨਤੀ ਹੈ 9 ਜੂਨ ਦਿਨ ਬੁੱਧਵਾਰ ਨੂੰ ਇਸ ਪਵਿੱਤਰ ਪਾਵਨ ਅੰਮ੍ਰਿਤ ਕਥਾ ਦਾ ਆਪਾਂ ਭੋਗ ਪਾਵਾਂਗੇ ਰਲ ਮਿਲ ਕੇ। 10ਵੇਂ ਪਾਤਸ਼ਾਹੀਆਂ ਜੀ ਦੀ ਪਾਵਨ ਇਤਿਹਾਸ ਦੀ ਕਥਾ ਹੈ। 16 ਵਿੱਚ ਇਹ ਕਥਾ ਸ਼ੁਰੂ ਕੀਤੀ ਸੀ, 17 ਦੇ ਵਿੱਚ ਨਾਨਕ ਪ੍ਰਕਾਸ਼ ਕਥਾ ਦੀ ਸਮਾਪਤੀ ਹੋਈ ਸੀ। ਹੁਣ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਨਾਲ ਇਹ ਕਥਾ ਦੀ ਸਮਾਪਤੀ ਹੋ ਰਹੀ ਹੈ। ਤੇ ਜਿੱਥੇ ਸਮਾਪਤੀ ਦਾ ਯੱਗ ਹੋਵੇਗਾ ਉੱਥੇ ਆਰੰਭਤਾ ਹੋਵੇਗੀ ਪੰਥ ਪ੍ਰਕਾਸ਼ ਦੀ ਕਥਾ ਦੀ। ਆਪ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਜਿਹੜੇ ਵੀਰ ਟੀਵੀ ਦੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਸੁਣ ਰਹੇ ਨੇ ਆ ਸਕਦੇ ਨੇ ਭਾਈ ਗੁਰੂ ਘਰ 9ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਤਾਂ ਆਓ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਕਥਾ ਦੀ ਸਮਾਪਤੀ ਦੇ ਇਸ ਮਹਾਯੱਗ ਵਿੱਚ ਹਾਜ਼ਰੀਆਂ ਭਰ ਕੇ 10 ਪਾਤਸ਼ਾਹੀਆਂ ਜੀ ਦੀ ਖੁਸ਼ੀਆਂ ਤੇ ਕਿਰਪਾ ਦੇ ਪਾਤਰ ਬਣੋ। ਇਹ ਬੇਨਤੀ ਤੇ ਸੱਦਾ ਪੱਤਰ ਸਮੂਹ ਸੰਗਤਾਂ ਨੇ ਪ੍ਰਵਾਨ ਕਰਨਾ। ਪਟਿਆਲੇ ਸ਼ਹਿਰ ਦੇ ਵਿੱਚ ਵੀ ਜਿੰਨੀਆਂ ਸਭਾ ਸੁਸਾਇਟੀਆਂ ਹਨ ਸਾਰਿਆਂ ਨੂੰ ਬੇਨਤੀ ਹੈ ਭਾਈ, ਸਾਰੀਆਂ ਸੰਗਤਾਂ ਵੱਧ ਚੜ ਕੇ 9ਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੋ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ।